ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। मैं ताण दी बाण तू है मेरे स्वामी, मैं तुद आगे अरदास। वाहिगुरु जी वाहिगुरु वाहिगुरु। मैं होर थाओ नहीं जिस पै करो बेनंती, मेरा दुख सुख तुझ ही पास। मोहे मरने का चाओ है, मरो का हर के द्वार। मत हर पूछो कौन है, पर हमारे बार। जग में उत्तम काढ़िए बिरले की हर के नाम के व्यापारी। हीरा हाथ चढ़िया निर्मोलक, छूट गई संसारी। बिरले बिरले ने तेरे नाम देव पारी, बिरले बिरले ने तेरे नाम देव पारी। बिरले बिरले ने तेरे नाम देव पारी, बिरले बिरले ने तेरे नाम देव पारी। बिरले बिरले ने तेरे नाम देव पारी, बिरले बिरले ने तेरे नाम देव पारी। बिरले बिरले ने तेरे नाम देव पारी, बिरले बिरले ने नाम देव पारी। तेरे नाम देव पारी, 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 नाम देव पारी। तेरे नाम देव पारी। बिरले बिरले ने जी जेड़े नाम देव पारी, बिरले बिरले ने तेरे नाम देव पारी। बिरले बिरले ने तेरे नाम देव पारी, बिरले बिरले ने तेरे नाम देव पारी। बिरले बिरले ने तेरे नाम देव पारी,
ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ। ਉਹ ਤਾਂ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ। 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 ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ। ਦੁਨੀਆ 'ਚ ਕੋਈ ਹੈ ਤੇਰੇ ਨਾਮ ਦੇ ਵਪਾਰੀ। ਮੇਰੇ ਸ਼ਹਿਨਸ਼ਾਹ ਜਗ ਵਿੱਚ ਕੋਈ ਹੈ। ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ। ਦੁਨੀਆ ਤੇ ਵਿਰਲੇ ਵਿਰਲੇ ਆ ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ। ਜਗ ਵਿੱਚ ਕੋਈ ਹੈ ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ। ਜਗ ਉੱਤੇ ਕੋਈ ਹੈ ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ। ਜਗ ਉੱਤੇ ਕੋਈ ਹੈ। हर के नाम के व्यापारी। हीरा हाथ चढ़िया निर्मोलक। छूट गई संसारी। जाको हर रंग लगो इस जुग में। तो कहियत है सुरा। आत्म जिणे सगल वसता के। आत्म जिणे सगल वसता के। जाका सतगुर पूरा। हरि नाम दा जिनानो रंग लगया। जग बिच ओयो सूर में। हरि नाम दा जिनानो रंग लगया। जग बिच ओयो सूर में। हरि नाम दा जिनानू रंग लगया। जग बिच ओयो सूर में। हरि नाम दा जिनानू रंग लगया। जग बिच ओयो सूर में। हरि नाम दा जिनानू रंग लगया। जग बिच ओयो सूर में। हरि नाम दा जिनानू रंग लगया। जग बिच ओयो सूर में। जग बिच जी ओही सूर में हो। जग बिच जी ओही सूर में। जग बिच जी ओही सूर में। जग बिच जी
ਉਹੀ ਸੂਰਮੇ ਜਗ ਵਿੱਚ ਜੀ ਉਹੀ ਸੂਰਮੇ ਜਗ ਵਿੱਚ ਜੀ ਉਹੀ ਸੂਰਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ ਜਗ ਵਿੱਚ ਉਹੀ ਸੂਰਮੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵੇਖੇ ਸੋਹਣੇ ਚਰਨਾਂ ਵਿੱਚ ਪਹੁੰਚ ਰਹੀ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਗਵੰਤ ਕੌਰ ਜੀ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਸੋਨਾ ਦੀ ਰੂਹ ਦੀ ਸ਼ਾਂਤੀ ਵਾਸਤੇ ਰੱਬੀ ਬਾਣੀ ਧੁਰਕੀ ਬਾਣੀ ਦੇ ਜਾਪ ਕਰਵਾਏ ਗਏ ਪਰਿਵਾਰ ਵੱਲੋਂ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਜਾਣੀ ਹੈ ਪੌਣੇ 1 ਵਜੇ। ਉਸ ਤੋਂ ਪਹਿਲਾਂ ਆਪਾਂ ਗੁਰੂ ਦਰਬਾਰ ਵੇਖੇ ਗੁਰੂ ਕੀ ਪਾਵਨ ਬਾਣੀ ਦਾ ਔਰ ਪਾਵਨ ਗੁਰੂਆਂ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਸੋ ਬੇਨਤੀ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜੋ ਵੀ ਸੰਗਤਾਂ ਪਹੁੰਚੀਆਂ ਰਿਸ਼ਤੇਦਾਰ ਸਾਕ ਸੰਬੰਧੀ ਕਿਰਪਾ ਕਰਕੇ ਭਾਈ ਗੁਰਦੁਆਰਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬਿਰਾਜਮਾਨ ਹੋਣ ਦੀ ਕਿਰਪਾਲਤਾ ਕਰੋ। ਲੰਗਰ ਪ੍ਰਸ਼ਾਦਾ ਜਲ ਪਾਣੀ ਪਹਿਲਾਂ ਛਕ ਲਿਓ। ਜਿਨ੍ਹਾਂ ਨੇ ਛਕ ਲਿਆ ਭਾਈ ਉਹ ਗੁਰੂ ਦਰਬਾਰ ਵਿਖੇ ਆ ਕੇ ਗੁਰੂ ਦੀ ਹਾਜ਼ਰੀ ਭਰਨ। ਜਿੱਥੇ ਅੱਜ ਦਾ ਦਿਨ ਮਾਤਾ ਜੀ ਦੀ ਅੰਤਮ ਅਰਦਾਸ ਹੋਣੀ ਹੈ ਉੱਥੇ ਭਾਈ ਅੱਜ ਦਾ ਜਿਹੜਾ ਦਿਨ ਹੈ ਬੜਾ ਮਹਾਨ ਦਿਨ ਹੈ। 26 ਦਸੰਬਰ ਉਹ ਸਰਹੰਦ ਦੀ ਧਰਤੀ ਤੇ ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਸਿੱਖ ਹੈ ਉਸ ਧਰਤੀ ਤੇ ਨਤਮਸਤਕ ਹੁੰਦੇ ਆ। ਧੰਨ ਮਾਤਾ ਗੁਜਰੀ ਮਾਂ ਗੁਜਰੀ ਦੇ ਲਾਲ ਮਾਂ ਗੁਜਰੀ ਦੇ ਪੋਤਰੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਛੋਟੀਆਂ ਛੋਟੀਆਂ ਬਾਲ ਉਮਰਾਂ ਵਿੱਚ ਤੇ ਮਾਂ ਗੁਜਰੀ 80 ਸਾਲ ਦੀ ਬਜ਼ੁਰਗ ਅਵਸਥਾ ਵਿੱਚ ਪਾਪੀ ਜ਼ਾਲਮਾਂ ਵੱਲੋਂ ਤਸੀਹੇ ਸਹਿ ਸਹਿ ਕੇ ਆਪਣੀ ਦੇਹੀ ਉੱਤੇ ਦੁੱਖ ਉਠਾਉਂਦੇ ਸਿੱਖ ਕੌਮ ਦੀ ਖਾਤਰ ਜ਼ੁਲਮ ਸਹਿ ਕੇ ਜ਼ੁਲਮ ਕਰਨ ਵਾਲਿਆਂ ਦਾ ਜ਼ਬਰ ਕਰਨ ਵਾਲਿਆਂ ਦਾ ਸਬਰ ਨਾਲ ਉਹਨਾਂ ਨੇ ਸਾਹਮਣਾ ਕੀਤਾ। ਤੇ ਅੱਜ ਦਾ ਦਿਨ ਜਿਹੜਾ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਜਾ ਰਿਹਾ। ਡੈਰੀਆਂ ਦੇ ਵਿੱਚ 26 ਦਸੰਬਰ ਦਾ ਦਿਨ ਹੈ। ਸਰਹੰਦ ਵਿਖੇ ਅੱਜ
ਜੋੜ ਮੇਲੇ ਦਾ ਦੂਜਾ ਦਿਨ ਹੈ ਤੇ ਕੱਲ ਨੂੰ ਤੀਜਾ ਦਿਨ ਹੋਏਗਾ। 3 ਦਿਨ ਉੱਥੇ ਜੋੜ ਮੇਲਾ ਭਰਦਾ ਹੈ। ਉਹ ਸਮਾਂ ਕਿਹੋ ਜਿਹਾ ਸੀ, ਮਾਂ ਗੁਜਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ, ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਧਰਮ ਤੋਂ ਵਾਰਿਆ ਮੈਂ। ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਹੁਤ ਵੱਡਾ ਪਰ ਉਪਕਾਰ ਕੀਤਾ। ਉਹਨਾਂ ਦੀ ਕਰਨੀ, ਉਹਨਾਂ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ, ਜਿੱਥੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ, ਉੱਥੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਜੋ ਕਿ 8 ਪੋਹ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ। ਤਾਂ ਸਾਧ ਸੰਗਤ ਜੀ 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। 6 ਪੋਹ ਨੂੰ ਦਿਨ ਵੇਲੇ ਪਰਿਵਾਰ ਇਕੱਠਾ ਸੀ। 6 ਪੋਹ ਦੀ ਰਾਤ ਨੂੰ ਵੀ ਪਰਿਵਾਰ ਇਕੱਠਾ ਸੀ, ਆਨੰਦਪੁਰ ਛੱਡਿਆ। 7 ਪੋਹ ਦੀ ਸਵੇਰ ਹੋਈ, ਅੰਮ੍ਰਿਤ ਵੇਲਾ ਹੁੰਦਿਆਂ ਸਰਸਾ ਨਦੀ ਨੂੰ ਪਾਰ ਕਰਦਿਆਂ ਪਰਿਵਾਰ ਦਾ ਵਿਛੋੜਾ ਪੈ ਗਿਆ। ਪਰਿਵਾਰ ਦੇ 8 ਜੀ ਤੇ ਹੋਰ ਬਹੁਤ ਸਾਰੇ ਸਿੰਘ 3 ਹਿੱਸਿਆਂ ਵਿੱਚ ਵੰਡੇ ਗਏ। ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚ ਪਹੁੰਚੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਅਲੱਗ ਹੋ ਗਏ। ਸਾਹਿਬਜ਼ਾਦਿਆਂ ਦੀਆਂ ਮਾਵਾਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਉਹ ਦਿੱਲੀ ਵੱਲ ਚਲੇ ਗਏ। ਤਾਂ ਇੱਥੋਂ ਸ਼ੁਰੂ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ। ਅੱਜ ਉਹਨਾਂ ਦਾ ਦਿਨ ਹੈ। ਲਗਭਗ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮਹੀਨੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਭਾਈ ਜੈਤਾ ਜੀ ਅਤੇ 40 ਸਿੰਘ ਹੋਰ ਸ਼ਹੀਦ, ਤੇ ਮਾਝੇ ਦੇ ਜਿਹੜੇ 40 ਸਿੰਘ ਬਦਾਵਾ ਲਿਖ ਕੇ ਦਿੱਤਾ ਸੀ, ਜਿਨ੍ਹਾਂ ਨੇ ਉਹ ਆਉਣ ਵਾਲੇ ਮਾਘੀ ਦੇ ਦਿਨਾਂ ਵਿੱਚ ਮਾਘੀ ਤੇ ਉਸ ਦਿਹਾੜੇ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਜੋ ਟੁੱਟੀ ਗੰਢੀ ਸਾਹਿਬ ਭਾਈ ਮਹਾ ਸਿੰਘ ਦੇ ਅੱਖਾਂ ਦੇ ਸਾਹਮਣੇ ਬਦਾਵਾ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਾੜਿਆ ਸੀ। ਤਾਂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਕਿਉਂਕਿ ਅੱਜ ਦੇ ਦਿਨ ਮਾਤਾ ਜੀ ਦਾ ਭੋਗ ਹੈ, ਮਾਤਾ ਜੀ ਦੀ ਅੰਤਮ ਅਰਦਾਸ ਹੈ। ਨਾਨਕਸਰ ਸਾਹਿਬ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸੀ ਕਿ ਭਾਈ ਜਿਸ ਦਿਨ ਪ੍ਰਾਣੀ ਇਸ ਫਾਨੀ ਸੰਸਾਰ ਦੇ ਵਿੱਚੋਂ ਪੰਜ ਭੂਤਕ ਦੇਹੀ ਦਾ ਤਿਆਗ ਕਰਦਾ ਹੈ ਨਾ, ਤੇ ਭੋਗ ਵਾਲੇ ਦਿਨ ਤੱਕ ਕਹਿੰਦੇ ਧਰਮਰਾਜ ਕੋਲ ਉਹਦਾ ਲੇਖਾ ਜੋਖਾ ਹੁੰਦਾ ਹੈ। ਕੀਤਾ ਹੋਇਆ ਦਾਨ ਪੁੰਨ, ਲੰਗਰ ਪ੍ਰਸ਼ਾਦਾ, ਭਜਨ ਬੰਦਗੀ, ਕਥਾ ਕੀਰਤਨ, ਸੇਵਾ ਸਿਮਰਨ, ਇਹਦਾ ਉਸ ਜੀਵ ਨੂੰ, ਉਸ ਰੂਹ ਨੂੰ ਫਲ ਮਿਲਦਾ ਹੈ। ਤੇ ਅੱਜ ਸਾਡੀ ਇਸ ਮਾਂ ਦੀ ਅੰਤਮ ਅਰਦਾਸ ਹੈ। ਅੱਜ ਮਾਂ ਗੁਜਰੀ ਦੇ ਚਰਨਾਂ ਵਿੱਚ ਵੀ ਆਪਾਂ ਨਮਸਕਾਰ ਕਰਨੀ ਆ, ਤੇ ਮਾਂ ਗੁਜਰੀ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਕਿ ਮਾਤਾ ਗੁਜਰੀ ਜੀ, ਤੁਸੀਂ ਸਾਡੀ ਮਾਤਾ ਨੂੰ ਵੀ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ, ਉਹਦੀ ਮਾਂ ਵੀ ਬਜ਼ੁਰਗ ਸੀ। ਉਹਨੂੰ ਵੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ, ਬਜ਼ੁਰਗ ਹੱਡਾਂ ਨੂੰ ਜ਼ਾਲਮਾਂ ਨੇ ਕੋਲੂ ਵਿੱਚ ਪੀੜਿਆ ਗਿਆ। ਤਾਂ ਉਹ ਮਾਂ ਵੀ, ਉਹਨੇ ਮੂੰਹੋਂ ਸੀ ਨਹੀਂ ਸੀ ਕੀਤੀ, ਉਹਨੂੰ ਕਿਹਾ ਸੀ ਕਿ ਤੁਸੀਂ ਮੁਸਲਮਾਨ ਬਣ ਜਾਓ, ਤੁਹਾਨੂੰ ਛੱਡ ਦਿਆਂਗੇ। ਪਰ ਬਾਬਾ ਮੋਤੀ ਰਾਮ ਮਹਿਰੇ ਦੀ ਮਾਂ ਨੇ ਆਖਿਆ ਸੀ ਕਿ ਮੈਂ ਆਪਣੀ ਉਮਰ ਭੋਗ ਲਈ ਹੈ। ਜੇ ਸਾਡੀ ਮਾਂ ਗੁਜਰੀ, ਸਾਡੇ ਗੁਰੂ ਦੀ ਮਾਂ, ਉਹਨੇ ਠੰਡੇ ਬੁਰਜ ਵਿੱਚ ਰਾਤਾਂ ਕੱਟ ਕੇ ਬਿਨਾਂ ਕਿਸੇ ਕੱਪੜਿਆਂ ਤੋਂ, ਬਿਨਾਂ ਕਿਸੇ ਅੰਨ ਪਾਣੀ ਤੋਂ, ਜੇ ਇੰਨਾ ਤੁਹਾਡਾ ਡਰ ਤੇ ਤਸੀਹੇ ਝੱਲ ਕੇ ਫਿਰ ਵੀ ਉਹ ਸ਼ਹਾਦਤ ਦੇ ਦਿੰਦੀ ਹੈ, ਤੇ ਮੈਂ ਵੀ ਉਸ ਮਾਂ ਗੁਜਰੀ ਦੇ ਚਰਨਾਂ ਵਿੱਚ ਜਾਣਾ ਪਸੰਦ ਕਰਾਂਗੀ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ ਜੀ।
ਇਸ ਕਰਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਰਿਸ਼ਤੇਦਾਰ ਸਾਗ ਸੰਬੰਧੀਆਂ ਨੂੰ ਮੈਂ ਫਿਰ ਬੇਨਤੀ ਕਰਾਂ ਕਿ ਸਾਹਿਬਜ਼ਾਦਿਆਂ ਦਾ ਇਤਿਹਾਸ ਬੜਾ ਪਿਆਰਾ, ਬੜਾ ਵਿਰਾਗਮਈ ਹੈ ਤੇ ਜੋ ਅੰਤਮ ਅਰਦਾਸ ਭੋਗ ਦਾ ਦਿਨ ਉਹ ਵਿਰਾਗਮਈ ਸਮਾਂ ਹੁੰਦਾ ਹੈ। ਇਸ ਵਿਰਾਗਮਈ ਸਮੇਂ ਉੱਤੇ ਉਸ ਸਾਹਿਬਜ਼ਾਦਿਆਂ ਦੇ ਤੇ ਮਾਂ ਗੁਜਰੀ ਦੇ ਵਿਰਾਗਮਈ ਅਤੇ ਗੌਰਵਮਈ ਇਤਿਹਾਸ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਗੁਰੂ ਚਰਨਾਂ ਵਿੱਚ ਪਹੁੰਚੋ, ਉਹਨੇ ਆਪਾਂ ਧਾਰਨਾ ਸਰਵਣ ਕਰਦੇ ਹਾਂ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਜਿੰਦੜੀ ਧਰਮ ਤੋਂ ਵਾਰੀ, 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 ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਸਿਜਦਾ ਕਰੀਏ, ਨਮਸਕਾਰਾਂ ਕਰੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਜ਼ਾਲਮਾਂ ਨੂੰ ਐਸੀ ਟੱਕਰ ਦਿੱਤੀ, ਐਸਾ ਸਭ ਕੁਝ ਸਿਖਾਇਆ। ਧੰਨ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦੇ ਸਰਸਾ ਨਦੀ ਨੂੰ ਜਦੋਂ ਪਾਰ ਕੀਤਾ, 7 ਪੋਹ ਦਾ ਦਿਨ ਚੜ ਗਿਆ। ਤੁਰਦੇ ਗਏ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਇੱਕ ਛਪਰੀ ਨਜ਼ਰ ਆਈ। ਉਸ ਛਪਰੀ ਦੇ ਵਿੱਚ ਚਲੇ ਗਏ। ਕੁੰਮਾ ਮਾਸ਼ਕੀ ਉਸ ਛਪਰੀ ਦਾ ਮਾਲਕ, ਉਹ ਬਾਹਰ ਆਇਆ। ਉਹਨੇ ਪੁੱਛਿਆ ਤੇ ਮਾਂ ਗੁਜਰੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ? ਉਹਨੇ ਆਖਿਆ ਹਾਂ ਮੈਂ ਜਾਣਦਾ ਚੰਗੀ ਤਰ੍ਹਾਂ। ਕਹਿੰਦੇ ਮੈਂ ਉਸ ਦੀ ਮਾਂ ਹੈ ਤੇ ਇਹ ਮੇਰੇ ਜਿਹੜੇ ਬੱਚੇ ਆ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਹੈ, ਮੇਰੇ ਪੋਤਰੇ ਆ। ਇੱਕ ਕਮਾਲ ਦੀ ਗੱਲ ਦੇਖੋ, ਲੋਕੀ ਕਹਿੰਦੇ ਹੁੰਦੇ ਆ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਭਾਵ ਪੁੱਤਰਾਂ ਦੇ ਨਾਲੋਂ ਪੋਤਰੇ ਤੇ ਪੋਤਰੀਆਂ ਦਾ ਬਹੁਤਾ ਪਿਆਰ ਆਉਂਦਾ ਹੈ, ਅੰਸ਼ ਵੰਸ਼ ਹੁੰਦੀ ਹੈ। ਤੇ ਸਾਧ ਸੰਗਤ ਜੀ, ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ 1675 ਈਸਵੀ ਵਿੱਚ ਹਿੰਦ ਧਰਮ ਦੀ ਰਾਖੀ ਵਾਸਤੇ ਤੋਰ ਦਿੱਤਾ ਸੀ ਦਿੱਲੀ। ਇੱਕ ਨੌ ਮਾਤਾ ਜੀਤਾਂ ਜੀ, ਉਹ ਵੀ ਅਕਾਲ ਚਲਾਣਾ ਕਰ ਗਏ ਸੀ। ਮਾਤਾ ਗੋਜਰੀ ਦੇ ਪਰਿਵਾਰ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਪਤੀ ਤੇ ਇੱਕ ਨੌ ਇਹ ਪਹਿਲਾਂ ਵਿਛੜ ਚੁੱਕੇ ਸੀ, ਪਰ ਫਿਰ ਵੀ ਆਨੰਦਪੁਰ ਸਾਹਿਬ ਦੇ ਵਿੱਚ ਰਾਜੀ ਖੁਸ਼ੀ ਰਹਿੰਦੇ ਸਨ। ਤਾਂ ਹੁਣ ਜਦੋਂ ਸਮਾਂ ਆਇਆ ਆਨੰਦਪੁਰ ਛੱਡਣ ਦਾ, ਆਨੰਦਪੁਰ ਛੱਡ ਦਿੱਤਾ, ਘਰ-ਬਾਰ ਪਰਿਵਾਰ ਸਭ ਕੁਝ ਛੱਡ ਦਿੱਤਾ, ਪਰ ਆਪਣੇ ਛੋਟੇ ਬੱਚਿਆਂ ਨੂੰ ਪੋਤਿਆਂ ਨੂੰ ਸਾਂਭ ਕੇ ਰੱਖਿਆ। ਸਰਸਾ ਨਦੀ ਦਾ ਪਾਣੀ ਵੀ
ਦਾਦੀ ਦੇ ਕੋਲੋਂ ਪੋਤਿਆਂ ਨੂੰ ਖੋ ਨਾ ਸਕਿਆ। ਇਹ ਦਾਦੀ ਦਾ ਪਿਆਰ ਸੀ, ਕਿਉਂਕਿ ਦਾਦੀ ਮਾਂ ਨੇ ਪਾਲਿਆ ਸੀ। ਮਾਤਾ ਜੀਤਾਂ ਦੇ ਪੁੱਤਰ ਸੀ ਇਹ ਛੋਟੇ ਸਾਹਿਬਜ਼ਾਦੇ, ਤੇ ਇੱਕ ਦੂਜੇ ਨੰਬਰ ਵਾਲੇ ਜਿਹੜੇ ਜੁਝਾਰ ਸਿੰਘ, ਇਹ ਤਿੰਨੇ ਸਾਹਿਬਜ਼ਾਦੇ ਮਾਤਾ ਜੀਤਾਂ ਦੀ ਕੁੱਖ ਤੋਂ ਜਨਮੇ ਸੀ। ਕੱਲਾ ਅਜੀਤ ਸਿੰਘ ਉਹ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਜਨਮੇ ਸੀ। ਤਿੰਨ ਪੁੱਤਰ ਮਾਤਾ ਜੀਤਾਂ ਦੇ ਸੀ। ਫਤਿਹ ਸਿੰਘ ਸਾਰਿਆਂ ਤੋਂ ਛੋਟੇ ਆ ਜਿਹੜੇ, ਇਹ ਫਤਿਹ ਸਿੰਘ ਦੀ ਉਮਰ 3.5 ਸਾਲ ਸੀ ਜਦ ਮਾਤਾ ਜੀਤਾਂ ਮਾਂ ਚਲੀ ਗਈ ਸੀ, ਤੇ ਦਾਦੀ ਮਾਂ ਨੇ ਮਾਂ ਬਣ ਕੇ ਇਹਨਾਂ ਬੱਚਿਆਂ ਨੂੰ ਪਾਲਿਆ ਸੀ। ਮਾਂ ਵੀ ਇਹੀ ਸੀ ਤੇ ਦਾਦੀ ਵੀ ਇਹੀ ਸੀ। ਤਾਂ ਜਿਹਦੇ ਕਰਕੇ ਸਰਸਾ ਨਦੀ ਦਾ ਪਾਣੀ ਵੀ ਇਹਨਾਂ ਨੂੰ ਵਿਛੋੜ ਨਾ ਸਕਿਆ। ਆਨੰਦਪੁਰ ਤੋਂ ਤੁਰਨ ਵੇਲੇ ਬਜ਼ੁਰਗਾਂ ਦੇ ਕੋਲ ਫਿਰ ਵੀ ਸਿਆਣਪ ਹੁੰਦੀ ਹੈ। ਉਹਨਾਂ ਨੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਆਪਣੇ ਲੱਕ ਨਾਲ ਬੱਧੀ। ਕਈ ਵਾਰੀ ਐਸਾ ਸਮਾਂ ਬਣਦਾ ਹੈ ਜਿੱਥੇ ਕੋਈ ਬੰਦੇ ਜਾਂ ਲੋਕ ਸਾਥ ਛੱਡ ਜਾਣ, ਉੱਥੇ ਕਈ ਵਾਰੀ ਪੈਸਾ ਕੰਮ ਆ ਜਾਂਦਾ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਉਹ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੱਕ ਨਾਲ ਬੰਨ੍ਹ ਲਈ ਕਿ ਕਦੀ ਨਾ ਕਦੀ ਹੋ ਸਕਦਾ ਮੇਰੇ ਬੱਚੇ ਨਾਲ ਹੈ, ਪੋਤੇ ਨਾਲ ਹੈ, ਘਰ-ਬਾਰ ਛੱਡ ਚੱਲੇ ਆ, ਕੀ ਪਤਾ ਕਿੱਥੇ ਜਾ ਕੇ ਟਿਕਾਣਾ ਕਰਨਾ ਪਵੇ। ਔਖੇ ਸੌਖੇ ਵੇਲੇ ਇਹ ਮਾਇਆ ਕੰਮ ਆ ਸਕਦੀ ਹੈ। ਇਹ ਸੋਚ ਕੇ ਮਾਇਆ ਚੁੱਕੀ ਸੀ। ਕੁੰਮੇ ਮਾਸ਼ਕੀ ਦੀ ਛੰਨ ਵਿੱਚ ਗਏ। ਕੁੰਮੇ ਮਾਸ਼ਕੀ ਨੇ ਰਾਤ ਕਟਾਈ। ਕੁੰਮੇ ਮਾਸ਼ਕੀ ਨੇ ਸੇਵਾ ਕੀਤੀ, ਲੰਗਰ ਪ੍ਰਸ਼ਾਦਾ ਛਕਾਇਆ। ਦੂਜੇ ਦਿਨ ਕੁੰਮੇ ਮਾਸ਼ਕੀ ਨੂੰ ਮਾਂ ਗੁਜਰੀ ਨੇ ਆਖਿਆ ਕਿ ਪੁੱਤਰ ਕੋਈ ਖਾਲਸਾ ਮਿਲ ਜੇ, ਕੋਈ ਗੁਰੂ ਕਾ ਸਿੰਘ ਮਿਲ ਜੇ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਾ ਦੇਵੇ, ਕੋਈ ਬੰਦਾ ਲੱਭ। ਕੁੰਮਾ ਮਾਸ਼ਕੀ ਬਾਹਰ ਲੱਭਦਾ ਫਿਰਿਆ। ਇੱਕ ਬੰਦਾ ਉਹਨੂੰ ਨਜ਼ਰ ਆਇਆ ਜਿਹਦਾ ਨਾਮ ਇਤਿਹਾਸ ਵਿੱਚ ਗੰਗੂ ਆਉਂਦਾ ਹੈ। ਗੰਗੂ ਨੂੰ ਜਦੋਂ ਗੱਲ ਦੱਸੀ ਤੇ ਗੰਗੂ ਨੇ ਆਖਿਆ ਮੇਰੇ ਧੰਨ ਭਾਗ ਮਾਂ ਗੁਜਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ, ਉਹ ਆਏ ਆ। ਕੁੰਮੇ ਮਾਸ਼ਕੀ ਦੀ ਛੰਨ ਵਿੱਚ ਨਾਲ ਆ ਗਿਆ। ਮਾਤਾ ਜੀ ਨੂੰ ਨਮਸਕਾਰ ਕੀਤੀ, ਸਾਹਿਬਜ਼ਾਦਿਆਂ ਨੂੰ ਪਿਆਰ ਕੀਤਾ। ਉਸ ਵੇਲੇ ਉਹਦਾ ਮਨ ਠੀਕ ਸੀ, ਬੇਈਮਾਨ ਨਹੀਂ ਸੀ। ਕਹਿੰਦਾ ਕਿ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ, ਆਪਾਂ ਕੋਈ ਲੱਭਦੇ ਆਂ। ਤਾਂ ਜਦੋਂ ਤੁਰਨ ਵੇਲੇ ਇਹਨੇ ਕੀ ਕੀਤਾ, ਗੰਗੂ ਬ੍ਰਾਹਮਣ ਜਦੋਂ ਮਾਤਾ ਜੀ ਨੂੰ ਲੈ ਕੇ ਜਾਂਦਾ ਤੇ ਮਾਂ ਗੁਜਰੀ ਨੇ ਸੋਚਿਆ ਕਿ ਕੁੰਮਾ ਮਾਸ਼ਕੀ, ਕਰੀਮ ਬਖਸ਼ ਉਹਦਾ ਨਾਮ ਹੈ। ਮਾਸ਼ਕੀ ਇਸ ਕਰਕੇ ਕਿਹਾ ਜਾਂਦਾ ਵੀ ਉੱਥੇ ਕੋਈ ਉਹਦਾ ਸਮੁੰਦਰ ਦੇ ਕੰਢੇ ਤੇ ਕਿਤੇ ਨਾ ਕਿਤੇ ਉਹ ਮੱਛੀਆਂ ਫੜ ਕੇ ਗੁਜ਼ਾਰਾ ਕਰਦਾ ਹੁੰਦਾ ਸੀ। ਤਾਂ ਜਦੋਂ ਤੁਰਨ ਵੇਲੇ ਮਾਂ ਨੇ ਸੋਚਿਆ ਵੀ ਇਸ ਗਰੀਬ ਨੇ ਸਾਡੀ ਰਾਤ ਕਟਾਈ, ਔਖੇ ਵੇਲੇ ਕੰਮ ਆਇਆ, ਆਪਣੀ ਉਹ ਮੋਹਰਾਂ ਵਾਲੀ ਥੈਲੀ ਖੋਲ ਕੇ ਨਾ ਉਹਦੇ ਵਿੱਚੋਂ ਮੋਹਰਾਂ ਦਿੱਤੀਆਂ 5। ਇਸ ਮੋਹਰਾਂ ਤੇ ਗੰਗੂ ਦੀ ਨਜ਼ਰ ਪੈ ਗਈ। ਉਸੇ ਵੇਲੇ ਮਨ ਬੇਈਮਾਨ ਹੋ ਗਿਆ। ਮਨ ਵਿੱਚ ਸੋਚਾਂ ਸੋਚਦਾ ਕਿ ਆਹ ਜਿਹੜੀਆਂ ਮੋਹਰਾਂ ਇਹ ਕਿਤੇ ਮੇਰੇ ਕੋਲੇ ਆ ਜਾਣ। 7 ਪੋਹ ਦੀ ਰਾਤ ਕੱਟ ਕੇ 8 ਪੋਹ ਦਾ ਦਿਨ ਗੰਗੂ ਬ੍ਰਾਹਮਣ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਨੂੰ ਲਈ ਫਿਰਿਆ, ਪਰ ਉਹਦਾ ਕਿਤੇ ਦਾ ਨਾ ਲੱਗਿਆ ਇਹ ਮੋਹਰਾਂ ਖੋਣ ਦਾ। ਸ਼ਾਮ ਹੋ ਗਈ। 8 ਪੋਹ ਦੀ ਸ਼ਾਮ ਨੂੰ ਫਿਰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ। ਆਪਣੀ ਮਾਂ ਨੂੰ ਜਾ ਕੇ ਕਹਿੰਦਾ ਹੈ ਕਿ ਦੇਖ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਆਏ ਆ, ਇਹਨਾਂ ਦੇ ਕੋਲ ਮਾਇਆ ਬਹੁਤ ਹੈ ਤੇ ਮਾਏ ਮੇਰੀ ਹੈ, ਮੈਂ ਜ਼ਹਿਰ ਲੈ ਕੇ ਆਉਣਾ, ਤੂੰ ਖਾਣਾ ਤਿਆਰ ਕਰ, ਖਾਣੇ 'ਚ ਜ਼ਹਿਰ ਮਿਲਾ ਦੇਾਂਗੇ, ਇਹ ਤਿੰਨੋਂ ਮਰ ਜਾਣਗੇ, ਆਪਣੇ ਕੋਲੇ ਸੋਨੇ ਦੀਆਂ ਮੋਹਰਾਂ ਰਹਿ ਜਾਣਗੀਆਂ। ਉਸ ਮਾਂ ਨੇ ਆਖਿਆ ਵੇ ਪਾਪੀਆ, ਹੋਰ ਕਿਸੇ ਦਰ ਦਾ ਗੁਨਾਹਗਾਰ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਿਆ ਜਾਂਦਾ ਹੈ ਜੇ ਚਰਨਾਂ ਤੇ ਡਿੱਗ ਪਵੇ, ਪਰ ਇਸ ਘਰ ਦਾ ਜਿਹੜਾ ਪਾਪੀ ਹੈ ਗੁਰੂ ਨਾਨਕ ਦੇ ਘਰ ਵਿੱਚ ਜਿਹਨੇ ਪਾਪ ਕੀਤਾ ਹੈ ਉਹ ਬਖਸ਼ਿਆ ਕਿੱਥੇ ਜਾਊਗਾ। ਤਾਂ ਉਹਨੇ ਜ਼ਹਿਰ ਨਾ ਪਾਇਆ, ਪਰ ਗੰਗੂ ਨੇ ਵਿਉਂਤਾਂ ਬਣਾਉਂਦਾ ਰਿਹਾ। ਜਲ ਪਾਣੀ ਛਕ ਕੇ ਜਿਹੋ ਜਿਹਾ ਮਿਲਿਆ, ਮਾਂ ਗੁਜਰੀ ਆਪਣੇ ਪੋਤਿਆਂ ਨੂੰ
ਇੱਕ ਨੂੰ ਸੱਜੇ ਇੱਕ ਨੂੰ ਖੱਬੇ ਪਾ ਕੇ ਬਾਤਾਂ ਸੁਣਾਉਂਦੀ ਹੈ। ਸਾਹਿਬਜ਼ਾਦੇ ਸੌਂ ਗਏ ਥੱਕੇ ਸੀ, ਮਾਂ ਗੁਜਰੀ ਜਾਗੋ ਮੀਚੀ ਵਿੱਚ ਸਤ ਕਰਤਾਰ ਦਾ ਸਿਮਰਨ ਕਰਦੀ ਹੈ ਤੇ ਸੋਚਾਂ ਸੋਚਦੀ ਹੈ ਕਿ ਕਿਹਦਾ ਸਮਾਂ ਆਇਆ, ਕਿਹੋ ਜਿਹਾ ਸਮਾਂ, ਕਿਹੋ ਜਿਹੀ ਪ੍ਰੀਖਿਆ ਦੀ ਘੜੀ ਆਈ ਹੈ। ਸੋਚਾਂ ਸੋਚਦਿਆਂ ਸਿਮਰਨ ਕਰਦਿਆਂ ਕੀ ਹੋਇਆ, ਗੰਗੂ ਦੱਬੇ ਪੈਰੀ ਅੰਦਰ ਆਇਆ। ਉਸ ਕਮਰੇ ਵਿੱਚ ਜਿਹੜੀ ਸਰਾਣੇ ਰੱਖੀ ਸੀ ਮੋਹਰਾਂ ਦੀ ਥੈਲੀ, ਉਸ ਨੂੰ ਚੁੱਕਿਆ ਤੇ ਜਾ ਕੇ ਆਪਣੇ ਘਰ ਵਿੱਚ ਟੋਆ ਪੁੱਟ ਕੇ ਉਸ ਮੋਹਰਾਂ ਨੂੰ ਦੱਬ ਦਿੱਤਾ। ਸਵੇਰ ਹੋਈ, ਮਾਂ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ, ਉਹਨਾਂ ਦੇ ਮੁਖ ਜਲ ਨਾਲ ਸਾਫ਼ ਕੀਤੇ, ਉਹਨਾਂ ਦੀਆਂ ਦਸਤਾਰਾਂ ਠੀਕ ਕੀਤੀਆਂ ਤੇ ਕਿਹਾ ਕਿ ਬੱਚਿਓ ਹੁਣ ਆਪਣੀ ਰਾਤ ਲੰਘ ਗਈ ਹੈ, 9 ਪੋਹ ਦਾ ਦਿਨ ਆ ਗਿਆ, ਸਵੇਰ ਹੋ ਗਈ ਕਿ ਆਪਾਂ ਹੁਣ ਤੁਹਾਡੇ ਪਿਤਾ ਜੀ ਨੂੰ ਮਿਲਣਾ ਤੇ ਤਿਆਰ ਹੋ ਜਾਓ। ਸਾਹਿਬਜ਼ਾਦੇ ਉਹਨਾਂ ਦੇ ਵੀ ਮਨ ਵਿੱਚ ਕਿਤੇ ਨਾ ਕਿਤੇ ਹੈ ਕਿ ਅਸੀਂ ਆਪਣੇ ਵੱਡੇ ਭਰਾਵਾਂ ਨਾਲ ਜਾ ਕੇ ਮਿਲਾਂਗੇ, ਆਪਣੇ ਪਿਤਾ ਜੀ ਦੇ ਨਾਲ ਜਾ ਕੇ ਮਿਲ ਜਾਵਾਂਗੇ। ਪਰ ਐਸੇ ਵਿਛੋੜੇ ਪਏ, ਸਾਧ ਸੰਗਤ ਜੀ, ਸਰਸਾ ਨਦੀ ਤੇ ਵਿਛੋੜਾ ਪਿਆ ਤੇ ਇਸ ਵਿਛੋੜੇ ਤੋਂ ਬਾਅਦ ਦੁਬਾਰਾ ਕਦੀ ਮੇਲ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੰਗੂ ਨੂੰ ਆਖਿਆ ਮਾਂ ਗੁਜਰੀ ਨੇ ਕਿ ਗੰਗੂਆ ਵੇ ਪੁੱਤਰ ਆ ਜਾ, ਨਾਲੇ ਤਾਂ ਜਿਹੜੀ ਤੂੰ ਮਾਇਆ ਸਾਂਭ ਕੇ ਰੱਖੀ ਸੀ ਉਹ ਮਾਇਆ ਚੁੱਕ ਲੈ। ਆਪਣੇ ਘਰ ਕੋਈ ਰਿਸ਼ਤੇਦਾਰ ਆਉਂਦਾ ਹੈ, ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁੰਦੀ ਹੈ ਪਰਸ ਹੁੰਦਾ ਹੈ, ਜਿਹਦੇ ਵਿੱਚ ਮਾਇਆ ਕਰਾਇਆ ਭਾੜਾ ਚਾਹੀਦਾ ਹੈ। ਆਪਣੇ ਘਰ ਕੋਈ ਰਿਸ਼ਤੇਦਾਰ ਆਉਂਦਾ ਜਾਂ ਆਪਾਂ ਕਿਤੇ ਜਾਂਦੇ ਆ ਤਾਂ ਆਪਣੇ ਰਿਸ਼ਤੇਦਾਰ ਨੂੰ ਆਪਾਂ ਆਪਣਾ ਪਰਸ ਫੜਾ ਦਿੰਨੇ ਆ, ਜਾਂ ਕੋਈ ਗਹਿਣਾ ਗੱਟਾ ਵਿਆਹ ਸ਼ਾਦੀ ਵਿੱਚ ਵੀ, ਭਾਈ ਆ ਤੂੰ ਸਾਂਭ ਕੇ ਰੱਖ ਲੈ, ਜਦੋਂ ਮੈਂ ਤੁਰਨਾ ਹੋਇਆ ਮੈਨੂੰ ਫੜਾ ਦੀ। ਤੇ ਅਗਲੇ ਦੀ ਇਮਾਨਤ ਆਪਾਂ ਉਵੇਂ ਸਾਂਭ ਕੇ ਅਲਮਾਰੀ 'ਚ ਰੱਖ ਦਿੰਨੇ ਆ, ਖੋਲ ਕੇ ਵੀ ਨਹੀਂ ਦੇਖਦੇ ਵੀ ਇਹਦੇ ਵਿੱਚ ਕੀ ਹੈ। ਸਹੀ ਗੱਲ ਤੇ ਇਹੀ ਹੈ। ਜੇ ਆਪਾਂ ਨੂੰ ਹੁਣ ਕਿਸੇ ਨੇ ਮਜਬੂਰੀ ਵਿੱਚ ਕੋਈ ਆਪਣੇ ਜਾਂ ਰਿਸ਼ਤੇਦਾਰ ਆਇਆ, ਆਪਾਂ ਉਹਨੂੰ ਫਰੋਲਣ ਲੱਗ ਜਾਈਏ ਜਾਂ ਜਾਣ ਵੇਲੇ ਅਗਲੇ ਨੂੰ ਦੇਈਏ ਨਾ, ਤੇ ਫਿਰ ਇਦੋਂ ਵੱਡਾ ਪਾਪ, ਇਦੋਂ ਵੱਡੀ ਗਦਾਰੀ ਹੀ ਹੋ ਸਕਦੀ ਹੈ। ਤਾਂ ਐਸਾ ਘੋਰ ਪਾਪ ਕਮਾਇਆ ਉਹਨੇ। ਜਦੋਂ ਮਾਂ ਨੇ ਪੁੱਛਿਆ ਕਿ ਰਾਤ ਵਾਲੀ ਜਿਹੜੀ ਮਾਇਆ ਭਾਈ ਸਾਂਭ ਕੇ ਰੱਖ ਲਈ ਸੀ, ਨਾਲੇ ਤਾਂ ਉਹ ਚੁੱਕ ਲਿਆ ਤੇ ਨਾਲੇ ਆਜਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਣਾ ਹੈ, ਭਾਲ ਕਰੀਏ ਖਾਲਸੇ ਦੀ। ਗੰਗੂ ਰਾਤ ਦਾ ਸੋਚਦਾ ਸੀ, ਉਹਨੂੰ ਮਾਇਆ ਦਾ ਨਸ਼ਾ ਚੜਿਆ ਹੋਇਆ ਸੀ, ਸੋਨੇ ਦੀਆਂ ਮੋਹਰਾਂ ਦਿਸ ਰਹੀਆਂ ਸੀ, ਵਿਉਂਤਾਂ ਬਣਾ ਰਿਹਾ ਸੀ ਵੀ ਇਹਨਾਂ ਤੋਂ ਖਿਹੜਾ ਕਿਵੇਂ ਛਡਾਵਾਂ, ਤੇ ਮਾਇਆ ਤੇ ਮੈਂ ਆਪਣੇ ਕੋਲ ਰੱਖ ਲਈ ਹੈ। ਉਹਨੂੰ ਬਹਾਨਾ ਮਿਲ ਗਿਆ, ਉੱਚੀ ਉੱਚੀ ਬੋਲਣ ਲੱਗ ਪਿਆ, ਕਹਿੰਦਾ ਮੈਂ ਤੁਹਾਨੂੰ ਆਪਣੇ ਘਰ ਵਿੱਚ ਰਾਤ ਕਟਾਈ ਹੈ, ਹੁਣ ਤੁਸੀਂ ਮੇਰੇ ਤੇ ਇਲਜ਼ਾਮ ਲਾਉਣੇ ਹੋ, ਕਿਹੜੀ ਮਾਇਆ। ਜਦੋਂ ਰੌਲਾ ਪਾਉਣ ਲੱਗ ਪਿਆ, ਮਾਂ ਗੁਜਰੀ ਸਮਝ ਗਈ। ਬੰਦਗੀ ਦੀ ਮੂਰਤ ਸੀ, ਮਾਂ ਗੁਜਰੀ ਨੇ ਬੜੀ ਬੰਦਗੀ ਕੀਤੀ ਸੀ। ਮਾਂ ਗੁਜਰੀ ਨੂੰ ਪਤਾ ਸੀ ਬਜ਼ੁਰਗਾਂ ਦੇ ਕੋਲ ਬੜੀਆਂ ਸਿਆਣਪਾਂ ਹੁੰਦੀਆਂ, ਭਾਵੇਂ ਲੋਕਾਂ ਨੂੰ ਲੱਗਦਾ ਹੁੰਦਾ ਵੀ ਇਹ ਬਜ਼ੁਰਗ ਹੋ ਗਏ ਆ, ਬੁੱਢੇ ਹੋ ਗਏ ਆ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ। ਬਜ਼ੁਰਗਾਂ ਨੂੰ ਪਤਾ ਹਰੇਕ ਗੱਲ ਦਾ ਹੀ ਹੁੰਦਾ ਹੈ, ਪਰ ਉਹਨਾਂ ਦਾ ਦਿਲ ਵੱਡਾ ਹੁੰਦਾ, ਚੁੱਪ ਕਰ ਜਾਂਦੇ ਆ। ਉਹ ਵੱਡੀਆਂ ਵੱਡੀਆਂ ਗੱਲਾਂ ਝੱਲ ਲੈਂਦੇ ਆ, ਪਰ ਸਾਨੂੰ ਇਉਂ ਲੱਗਦਾ ਵੀ ਜਿਹੜੀ ਗੱਲ ਦਾ ਸਾਨੂੰ ਪਤਾ ਹੈ, ਸਾਡੇ ਬਜ਼ੁਰਗਾਂ ਨੂੰ ਇਹਨਾਂ ਨੂੰ ਕੀ ਪਤਾ ਘਰ ਬੈਠਿਆਂ ਨੂੰ। ਨਹੀਂ, ਇਹ ਭੁਲੇਖਾ ਹੈ ਬਹੁਤ ਵੱਡਾ। ਜਿਹੜੀ ਗੱਲ ਜੇ ਅਸੀਂ ਸਿੱਖਣੀ ਆ ਸਮੇਂ ਨਾਲ, ਉਹ ਗੱਲਾਂ ਸਾਡੇ ਬਜ਼ੁਰਗਾਂ ਨੇ ਕਿੰਨੇ ਸਾਲ ਪਹਿਲਾਂ ਸਿੱਖ ਲਈਆਂ ਹੁੰਦੀਆਂ। ਗ੍ਰੰਥ ਪੜ੍ਹ ਲਓ, ਕਿਤਾਬਾਂ ਪੜ੍ਹ ਲਓ ਤੇ ਜਾਂ ਬਜ਼ੁਰਗਾਂ ਦੇ ਕੋਲੇ ਬਹਿ ਜਾਓ। ਐਸੇ ਤਜਰਬੇ ਤੁਹਾਨੂੰ ਜ਼ਿੰਦਗੀ ਦੇ ਵਿੱਚੋਂ ਦੱਸਣਗੇ। ਜਿਹੜੀ ਗੱਲ ਕਿਸੇ ਕਿਤਾਬਾਂ ਵਿੱਚ ਵੀ ਨਹੀਂ ਨਾ ਲਿਖੀ, ਉਹ ਘਰ ਬੈਠੇ ਬਜ਼ੁਰਗਾਂ ਦੇ ਕੋਲੋਂ ਮਿਲ ਜਾਂਦੀ ਹੈ, ਜੇ ਕੋਈ ਬੈਠੇ ਤਾਂ। ਪਰ ਸਾਨੂੰ ਭੁਲੇਖਾ ਵੀ ਇਹਨਾਂ ਨੂੰ ਕੀ ਪਤਾ ਹੈ। ਕਈ ਤੇ ਬਜ਼ੁਰਗਾਂ ਨੂੰ ਬੋਲਣ ਨਹੀਂ ਦਿੰਦੇ ਵੀ ਸਾਡੀ ਗੱਲ 'ਚ ਬੋਲੀ ਨਾ। ਪਰ ਸਾਧ ਸੰਗਤ ਜੀ, ਧੰਨ ਸੀ ਮਾਂ ਗੁਜਰੀ ਦਾ ਪਰਿਵਾਰ। ਜਿਵੇਂ ਦਾਦੀ ਮਾਂ ਨੇ ਸਿਖਾਇਆ, ਬੱਚੇ ਉਵੇਂ ਹੀ ਕਰੀ ਗਏ। ਉਹ ਧੰਨ ਸੀ, ਉਹਨਾਂ ਅੱਗੇ ਸਿਰ ਝੁਕਦਾ ਹੈ। ਕੌਮ ਵਾਸਤੇ ਤੇ ਉਹ ਲੜੇ, ਕੌਮ ਵਾਸਤੇ ਤੇ ਉਹਨਾਂ ਨੇ ਜਾਨਾਂ ਦਿੱਤੀਆਂ।
ਪਰ ਆਪਣੇ ਵੱਡਿਆਂ ਦਾ ਵੀ ਸਤਿਕਾਰ ਕੀਤਾ। ਜਦੋਂ ਇਤਿਹਾਸ ਪੜ੍ਹਦੇ ਆ ਤੇ ਇਸ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਬੜੀਆਂ ਬਰੀਕ ਤੇ ਕੰਮ ਆਉਣ ਵਾਲੀਆਂ ਗੱਲਾਂ ਨਿਕਲ ਕੇ ਆਉਂਦੀਆਂ। ਕਈ ਵਾਰੀ ਆਪਾਂ ਮਾਂ ਬਾਪ ਕੋਲੇ ਬੈਠਿਆਂ ਦੀ ਸ਼ਰਮ ਨਹੀਂ ਕਰਦੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਹਾਂ ਦੂਰ ਸੀ ਤੇ ਚਮਕੌਰ ਦੀ ਗੜੀ ਵਿੱਚ ਸੀ। ਇੰਨੀ ਦੂਰ ਬੈਠਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਬਾਪ ਦੀ ਸਿੱਖਿਆ ਸੀ, ਉਹ ਸਿੱਖਿਆ ਨੂੰ ਭੁਲਾਇਆ ਨਹੀਂ। ਆਪਣੇ ਪਿਓ ਦੀ ਪੱਗ ਨੂੰ ਤੇ ਸੱਚਖੰਡ ਗਏ ਹੋਏ ਦਾਦੇ ਦੀ ਪੱਗ ਨੂੰ, ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ, ਡੋਲੇ ਨਹੀਂ। ਧੰਨ ਸੀ ਉਹ ਸਾਹਿਬਜ਼ਾਦੇ। ਔਲਾਦ ਹੋਵੇ ਤੇ ਐਸੀ ਹੋਵੇ। ਚਾਣਕਿਆ ਜੀ ਲਿਖਦੇ ਆ, ਕਹਿੰਦੇ ਕਿੱਕਰ ਘਰ ਕਪੂਤ ਘਰ, ਕਰ ਕੁਲਖਣੀ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਨਰਕ ਦੀਆਂ ਚਾਰ ਨਿਸ਼ਾਨੀਆਂ। ਕਹਿੰਦੇ ਘਰ ਵਿੱਚ ਕੰਡੇ ਖਿਲਰੇ ਹੋਣ, ਕਿੱਕਰ, ਕਿਉਂਕਿ ਕਿੱਕਰ ਤੇ ਜਦੋਂ ਆਊਗਾ ਕੋਈ ਬਗਲਾ ਆ ਕੇ ਬੈਠੂਗਾ, ਗੰਦਗੀ ਆਊਗੀ ਬਗਲੇ ਦੇ ਨਾਲ, ਜਾਂ ਕੰਡੇ ਖਿਲਰਨਗੇ। ਕਿੱਕਰ ਘਰ ਕਪੂਤ ਘਰ, ਆਪਣਾ ਜੰਮਿਆ ਹੋਇਆ ਪੁੱਤਰ ਕਪੁੱਤ ਹੋ ਜਾਵੇ, ਕਹਿਣੇ ਤੋਂ ਬਾਹਰ ਹੋ ਜੇ। ਕਿੱਕਰ ਘਰ ਕਪੂਤ ਘਰ, ਘਰ ਕੁਲਖਣੀ ਨਾਰ। ਸਮਝਦੇ ਹੋ ਤੁਸੀਂ, ਸਿਆਣੇ ਆ। ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਅੱਤ ਦੀ ਗਰੀਬੀ ਹੋਵੇ, ਤਨ ਉੱਤੇ ਪਹਿਨਣ ਨੂੰ ਕੱਪੜੇ ਨਾ ਹੋਣ ਤੇ ਖਾਣ ਨੂੰ ਦੋ ਵੇਲੇ ਦੀ ਚੰਗੀ ਤਰ੍ਹਾਂ ਰੋਟੀ ਨਾ ਹੋਵੇ, ਢਿੱਡ ਨਾ ਭਰਦਾ ਹੋਵੇ, ਕਹਿੰਦੇ ਨਰਕ ਦੀਆਂ ਨਿਸ਼ਾਨੀਆਂ। ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਹੁਣ ਸਵਰਗ ਦੀਆਂ ਚਾਰ ਨਿਸ਼ਾਨੀਆਂ ਦਸੀਆਂ। ਕਹਿੰਦੇ ਕਣਕ ਪੁਰਾਣੀ, ਘੀ ਨਇਆ, ਘਰ ਮਿੱਠ ਬੋਲੜੀ ਨਾਰ। ਪੁਰਾਣੀ ਕਣਕ ਪਈ ਹੋਵੇ, ਨਵੀਂ ਆ ਜੂਗੀ ਵਿਸਾਖੀ ਵੇਲੇ, ਤੇ ਪੁਰਾਣੀ ਅਜੇ ਮੁੱਕੀ ਨਾ, ਸਮਝ ਲਓ ਤੁਸੀਂ ਸਵਰਗ ਭੋਗਦੇ ਹੋ। ਕਣਕ ਪੁਰਾਣੀ, ਘੀ ਨਇਆ, ਜਿਸ ਘਰ ਦੇ ਵਿੱਚ ਰੋਜ਼ ਨਵਾਂ ਘਿਓ ਬਣਦਾ ਹੋਵੇ। ਨਵਾਂ ਘਿਓ ਤਾਂ ਹੀ ਬਣੂਗਾ ਜੇ ਘਰ ਵਿੱਚ ਦੁੱਧ ਹੋਊਗਾ। ਅੱਗੇ ਸੁੱਖ ਦੀ ਨਿਸ਼ਾਨੀ ਸੀ ਦੁੱਧ ਤੇ ਪੁੱਤ। ਲੋਕੀ ਰੱਬ ਦੇ ਘਰ ਵਿੱਚ ਜਾ ਕੇ ਦੁੱਧ ਪੁੱਤ ਮੰਗਦੇ। ਦੁੱਧ ਤੇ ਪੁੱਤ, ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ, ਕਿਉਂਕਿ ਜਿਹਦੇ ਘਰ ਦੁੱਧ ਹੋਇਆ, ਖਾਣ ਪੀਣ ਦਾ ਘਾਟਾ ਨਹੀਂ ਹੋਣਾ, ਸਿਹਤ ਚੰਗੀ ਰਹੂਗੀ। ਸਾਧ ਸੰਗਤ ਜੀ ਕਹਿੰਦੇ ਸਵਰਗ ਦੀਆਂ ਨਿਸ਼ਾਨੀਆਂ, ਕਣਕ ਪੁਰਾਣੀ, ਘੀ ਨਇਆ, ਘਰ ਮਿੱਠ ਬੋਲੜੀ ਨਾਰ। ਭਗਤ ਧੰਨੇ ਨੇ ਵੀ ਆਪਣੇ ਰੱਬ ਤੋਂ ਮੰਗਿਆ ਸੀ, ਗੁਰਬਾਣੀ ਵਿੱਚ ਲਿਖਿਆ, ਕਹਿੰਦੇ ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਭਗਤ ਧੰਨੇ ਨੇ ਮੰਗਿਆ, ਕਹਿੰਦੇ ਸਿਆਣੀ ਘਰ ਵਾਲੀ ਹੋਵੇ, ਕਹਿੰਦੇ ਮਿੱਠ ਬੋਲੜੀ ਨਾਰ ਹੋਵੇ, ਆਗਿਆਕਾਰੀ ਪੁੱਤ ਹੋਏ, ਸੁਰਗ ਨਿਸ਼ਾਨੀ ਚਾਰ। ਪੁੱਤਰ ਹੋਵੇ ਤੇ ਹੋਵੇ ਆਗਿਆਕਾਰ। ਕਹਿੰਦੇ ਕਿਹੜੇ ਸਵਰਗਾਂ ਦੀਆਂ ਗੱਲਾਂ ਕਰਦਾ, ਇੱਥੇ ਹੀ ਸਵਰਗ ਆਇਆ, ਆਖੋ ਸਤਨਾਮ। ਉਹ ਧੰਨ ਸੀ ਬਾਜਾਂ ਵਾਲੇ ਪਾਤਸ਼ਾਹ ਦੇ ਪੁੱਤਰ। ਬਾਜਾਂ ਵਾਲਾ ਪਾਤਸ਼ਾਹ ਕੋਲ ਨਹੀਂ, ਮਾਵਾ ਕੋਲ ਨਹੀਂ, ਪਰ ਫਿਰ ਵੀ ਆਗਿਆ ਵਿੱਚ ਚੱਲ ਰਹੇ ਆ। ਇੱਥੇ ਕੋਲ ਬਹਿ ਕੇ ਅਵਗਿਆ ਕਰ ਜਾਂਦੇ ਆ, ਕੋਲ ਬਹਿ ਕੇ ਨਹੀਂ ਗੱਲ ਮੰਨਦੇ, ਉਹ ਦੂਰ ਬੈਠੇ ਵੀ ਮੰਨ ਰਹੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਗਰ ਦੇ ਟੁਕੜੇ। ਤਾਂ ਉਸ ਵੇਲੇ ਗੰਗੂ ਬ੍ਰਾਹਮਣ ਨੇ ਰੌਲਾ ਪਾਇਆ, ਮਾਂ ਗੁਜਰੀ ਨੇ ਆਖਿਆ ਕਿ ਪੁੱਤਰਾ, ਮਾਇਆ ਦੀ ਕਿਹੜੀ ਗੱਲ ਕਰਦਾ, ਕੋਈ ਗੱਲ ਨਹੀਂ, ਮਾਇਆ ਤੈਨੂੰ ਹੋਰ ਦਵਾ ਦੂੰਗੀ ਮੇਰੇ ਪੁੱਤਰ ਤੋਂ, ਪਰ ਸਾਨੂੰ ਤੂੰ ਮਿਲਾ ਦੇ। ਉਹਨੇ ਆਖਿਆ ਮੈਂ ਹੁਣ ਖਾਲਸਾ ਨਾਲ ਨਹੀਂ ਮਿਲਾਉਂਦਾ, ਮੈਂ ਪੁਲਿਸ ਲੈ ਕੇ ਆਉਣਾ, ਤੁਹਾਨੂੰ ਫੜਾਵਾਂਗਾ, ਕਿਉਂਕਿ ਪੁਲਿਸ ਨੂੰ ਤੁਹਾਡੀ ਖਬਰ ਦੇਵਾਂਗਾ, ਆਪਣੇ ਘਰੋਂ ਗ੍ਰਿਫਤਾਰ ਕਰਾਵਾਂਗਾ, ਮੈਨੂੰ ਇਨਾਮ ਮਿਲੂਗਾ ਸਰਕਾਰ ਵੱਲੋਂ। ਮਰਿੰਡੇ ਚਲਿਆ ਗਿਆ, 9 ਪੋਹ ਦਾ ਦਿਨ ਹੈ। ਮਰਿੰਡੇ ਜਾ ਕੇ ਉੱਥੋਂ ਸਿਪਾਹੀ ਲਿਆਂਦੇ, ਬਾਹਰੋਂ ਜੰਦਰਾ ਮਾਰ ਗਿਆ ਸੀ, ਆਪਣੇ ਘਰੋਂ ਗ੍ਰਿਫਤਾਰ ਕਰਵਾ ਕੇ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਉੱਤੇ ਕਹਿਰ ਕਮਾਇਆ। ਗ੍ਰਿਫਤਾਰੀ ਹੋ ਗਈ ਤੇ ਇਹਨਾਂ ਛੋਟੇ ਬੱਚਿਆਂ ਨੂੰ ਦਾਦੀ ਮਾਂ ਬਜ਼ੁਰਗ ਪੁਲਿਸ ਵਾਲੇ ਫੜ ਕੇ ਲੈ ਕੇ ਜਾ ਰਹੇ ਆ।
ਲੋਕੀ ਦੇਖਦੇ ਆ ਕਿ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਇਸ ਬਜ਼ੁਰਗ ਔਰਤ ਨੇ ਐਸਾ ਕੀ ਗੁਨਾਹ ਕੀਤਾ ਹੋਏਗਾ ਜਿਹਦੇ ਕਰਕੇ ਇਹਨਾਂ ਨੂੰ ਪੁਲਿਸ ਫੜ ਕੇ ਲਿਜਾ ਰਹੀ ਹੈ। ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ। ਇਹ ਜੋੜੀ ਲਾਲਾਂ ਦੀ, 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 ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, 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 ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ ਵਿੱਚ ਕਈ ਜਾਣਦੇ ਨਹੀਂ, ਗੱਲਾਂ ਕਰਦੇ ਆ ਵੀ ਕੌਣ ਹੋਏ, ਵਿੱਚ ਜਿਹੜੇ ਜਾਣਦੇ ਆ ਉਹ ਕਹਿੰਦੇ ਆ ਕਿ ਇਹ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਹੈ, ਪਰ ਪਤਾ ਨਹੀਂ ਐਸਾ ਕੀ ਗੁਨਾਹ ਕੀਤਾ ਹੈ, ਇਹਨਾਂ ਨੂੰ ਕਿਉਂ ਫੜ ਕੇ ਲਿਜਾ ਰਹੇ ਆ। 9 ਪੋਹ ਦੀ ਸ਼ਾਮ ਤੱਕ ਮਰਿੰਡੇ ਥਾਣੇ ਵਿੱਚ ਲਿਜਾਇਆ ਗਿਆ, ਥਾਣੇ ਵਿੱਚ ਰਾਤ ਕੱਟੀ, 10 ਪੋਹ ਦਾ ਦਿਨ ਚੜ ਗਿਆ ਤੇ ਸਰਹੰਦ ਲੈ ਆਏ। ਸਰਹੰਦ ਜਦੋਂ ਪਹੁੰਚੇ ਆ, ਸਰਹੰਦ ਦਾ ਸੂਬੇਦਾਰ, ਸੂਬੇ ਦਾ ਮਾਲਕ ਵਜੀਦ ਖਾਂ ਉਹਦਾ ਨਾਮ ਹੈ, ਆਪਾਂ ਵਜੀਦਾ ਕਹਾਂਗੇ। ਸਤਕਾਰ ਨਾਲ ਨਾਮ ਉਹਦਾ ਲਿਆ ਜਾਂਦਾ ਜਿਹੜਾ ਕੋਈ ਸਤਕਾਰ ਦੇ ਯੋਗ ਹੋਵੇ, ਪਰ ਇਹਨੇ ਪਾਪ ਕੀਤਾ, ਇੱਕ ਪਾਪੀ ਸੀ ਜਿਹਦੇ ਕਰਕੇ ਆਪਾਂ ਵਜੀਦਾ ਪਾਪੀ ਕਹਿੰਦੇ ਆ। ਇਸ ਵਜੀਦੇ ਨੂੰ ਜਾ ਦੱਸਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਤੇ ਉਹਨਾਂ ਦੇ ਸਾਹਿਬਜ਼ਾਦੇ ਛੋਟੇ ਬੱਚੇ ਉਹ ਸਾਡੇ ਕਬਜ਼ੇ ਵਿੱਚ ਆ, ਫੜ ਕੇ ਲਿਆਂਦੇ ਆ। ਵਜੀਦਾ ਬੜਾ ਖੁਸ਼ ਹੋਇਆ, ਕਹਿੰਦੇ ਜੀ ਕਿੱਥੇ ਇਹਨਾਂ ਨੂੰ ਬਿਠਾਈਏ। ਉੱਚਾ ਬੁਰਜ ਸੀ ਜਿਹਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ, ਇਸ ਬੁਰਜ ਦੇ ਆਲੇ ਦੁਆਲੇ ਪਾਣੀ ਦਾ ਇੰਤਜ਼ਾਮ ਕੀਤਾ ਸੀ, ਜਿਹਦੇ ਕਰਕੇ ਹਵਾ ਕਿਸੇ ਪਾਸਿਓਂ ਵੀ ਹਵਾ ਆਉਂਦੀ, ਪਾਣੀ ਦੇ ਕਾਰਨ ਉਹ ਹਵਾ ਠੰਡੀ ਹੋ ਜਾਂਦੀ ਸੀ ਤੇ ਇਹ ਬੁਰਜ ਠੰਡਾ ਰਹਿੰਦਾ ਸੀ। ਪੋਹ ਦੇ ਦਿਨਾਂ ਵਿੱਚ ਇਹ ਬੁਰਜ ਬਹੁਤ ਜ਼ਿਆਦਾ ਠੰਡਾ ਸੀ, ਜਿਸ ਕਰਕੇ ਵਜੀਦੇ ਨੇ ਆਖਿਆ ਕਿ ਉਸ ਬੁਰਜ ਵਿੱਚ ਇਹਨਾਂ ਸਾਹਿਬਜ਼ਾਦਿਆਂ ਤੇ ਮਾਤਾ ਨੂੰ ਕੈਦ ਕੀਤਾ ਜਾਵੇ। ਉੱਥੇ ਇਹਨਾਂ ਨੂੰ ਬਿਠਾਇਆ ਗਿਆ ਠੰਡੇ ਬੁਰਜ ਵਿੱਚ। 4 ਸਫੇਰਿਓਂ ਹਵਾ ਆਉਂਦੀ ਸੀ ਤੇ ਸੀ ਉਹ ਧਰਤੀ ਦੇ ਤਲ ਨਾਲੋਂ ਉੱਚਾ ਸੀ। ਹੁਣ ਆਪਾਂ ਅੰਦਰ ਬੈਠੇ ਆ, ਇੱਥੇ ਵੀ ਠੰਡ ਲੱਗ ਰਹੀ ਹੈ, ਬਿਨਾਂ ਕੰਧਾਂ ਵਾਲੀਆਂ ਬੁਰਜੀਆਂ ਹੋਣ ਤੇ ਐਸੀ ਛੱਤ ਦੇ ਉੱਪਰ ਬੈਠੇ ਹੋਈਏ, ਫਿਰ ਤੁਸੀਂ ਦੇਖੋ ਵੀ ਕਿੰਨੀ ਠੰਡ ਲੱਗੂਗੀ। ਥੋੜੀ ਥੋੜੀ ਹਵਾ ਵੀ ਕੰਬਣੀ ਛੇੜ ਦਿੰਦੀ ਹੈ, ਇਸ ਕਰਕੇ ਇੱਕ ਤੇ ਧਰਤੀ ਤੋਂ ਉੱਚਾ ਸੀ, ਇੱਕ ਆਸੇ ਪਾਸੇ ਪਾਣੀ ਸੀ। ਜਦੋਂ ਹਵਾ ਆਉਂਦੀ ਸੀ ਬਹੁਤ ਜ਼ਿਆਦਾ ਠੰਡ ਲੱਗਦੀ ਸੀ। ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਨੂੰ ਉੱਥੇ ਇੱਕ ਤਰ੍ਹਾਂ ਦਾ ਕੈਦ ਕੀਤਾ ਗਿਆ। ਇੱਥੇ ਬਸ ਨਹੀਂ, ਉਹਨਾਂ ਦਾ ਰੋਟੀ ਪਾਣੀ ਸਭ ਕੁਝ ਬੰਦ ਕੀਤਾ ਗਿਆ। ਕਹਿੰਦੇ ਇਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਕੱਲ ਨੂੰ 11 ਪੋਹ ਦਾ ਦਿਨ ਚੜਿਆ, ਸੂਬੇ ਨੇ ਕਚਹਿਰੀ ਲਾਈ। ਉਸ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਜਿਸ ਦਾਦੀ ਮਾਂ ਦੀ ਗੋਦ ਵਿੱਚੋਂ ਸਰਸਾ ਨਦੀ ਦਾ ਪਾਣੀ ਵੀ ਵਿਛੋੜ ਨਾ ਸਕਿਆ ਸੀ,
ਪੋਤਿਆਂ ਨੂੰ ਅੱਜ 11 ਪੋਹ ਦੇ ਦਿਨ ਪਹਿਲੀ ਵਾਰੀ ਦਾਦੀ ਮਾਂ ਦੀ ਬੁੱਕਲ ਵਿੱਚੋਂ ਸਿਪਾਹੀ ਇਹਨਾਂ ਬੱਚਿਆਂ ਨੂੰ ਖੋਹ ਕੇ ਲੈ ਗਏ। ਦਾਦੀ ਮਾਂ ਕਹਿੰਦੀ ਹੈ ਕਿ ਸਾਨੂੰ ਭਾਵੇਂ ਜਾਨੋਂ ਮਾਰ ਦਿਓ ਪਰ ਮੇਰੇ ਪੋਤਿਆਂ ਨੂੰ ਮੇਰੇ ਕੋਲ ਰਹਿਣ ਦਿਓ। ਉਹ ਕਹਿੰਦੇ ਨਹੀਂ, ਪਹਿਲਾਂ ਪਿਆਰ ਨਾਲ ਪੇਸ਼ ਆਏ। ਇਹ ਬੜਾ ਮਿੱਠਾ ਮਿੱਠਾ ਬੋਲਦੇ ਆ, ਸ਼ਾਮ ਦਾਮ ਦੰਡ ਭੇਦ। ਇਹ ਜਿਹੜੇ ਰਾਜੇ ਹੁੰਦੇ ਆ ਨਾ, ਇਹਨਾਂ ਦੀ ਚਾਲ ਹੁੰਦੀ ਹੈ ਸ਼ਾਮ ਦਾਮ, ਮਤਲਬ ਪਹਿਲਾਂ ਪਿਆਰ ਨਾਲ ਪਹਿਲਾਂ ਕਹਿਣਗੇ ਕਿ ਤੂੰ ਤੇ ਸਾਡਾ ਆਪਣਾ ਹੀ ਬੰਦਾ ਹੈ, ਤੂੰ ਸਾਡਾ ਆਪਣਾ ਹੈ, ਤੂੰ ਆਪਣਾ ਖਿਆਲ ਰੱਖਣਾ ਹੈ, ਅਸੀਂ ਤੇਰੇ ਆ, ਤੂੰ ਸਾਨੂੰ ਜਦੋਂ ਅੱਧੀ ਰਾਤ ਨੂੰ ਕੰਮ ਕਹਿ ਦੀ, ਜਦੋਂ ਕੋਈ ਵੋਟਾਂ ਦਾ ਜਾਂ ਕੋਈ ਹੋਰ ਮਤਲਬ ਹੁੰਦਾ ਹੈ। ਇੰਨਾ ਪਿਆਰ ਕਰਨਗੇ ਸਾਨੂੰ ਇਉਂ ਲੱਗਦਾ ਕਈ ਵਾਰੀ ਭੁਲੇਖਾ ਪੈਂਦਾ ਹੈ ਵੀ ਸਾਡੇ ਆਪਣੇ ਨਹੀਂ ਇੰਨਾ ਪਿਆਰ ਕਰਦੇ ਆ ਜਿੰਨਾ ਇਹ ਸਾਨੂੰ ਕਰਦਾ ਹੈ। ਇਹ ਇੱਕ ਝੂਠਾ ਹੁੰਦਾ ਹੈ। ਜੇ ਪਿਆਰ ਨਾਲ ਗੱਲ ਨਾ ਬਣੇ, ਸ਼ਾਮ ਦਾਮ, ਫਿਰ ਉਹ ਦਾਮ ਦਿੰਦੇ ਆ, ਮਤਲਬ ਲਾਲਚ ਦਿੰਦੇ ਆ ਵੀ ਆਹ ਲੈ ਤੈਨੂੰ ਅਹੁਦਾ ਦੇ ਦਿੰਨੇ ਆ, ਤੈਨੂੰ ਮਾਇਆ ਦੇ ਦਿੰਨੇ ਆ। ਜੇ ਪਿਆਰ ਨਾਲ ਵੀ ਕੋਈ ਨਾ ਮੰਨੇ, ਉਹਦੇ ਨਾਲ ਪੈਸਿਆਂ ਨਾਲ ਵੀ ਨਾ ਮੰਨੇ, ਫਿਰ ਦੰਡ ਦਿੱਤਾ ਜਾਂਦਾ ਹੈ, ਡਰਾਇਆ ਜਾਂਦਾ ਵੀ ਤੇਰਾ ਐਂ ਕਰ ਦਿਆਂਗੇ ਐਂ ਕਰ ਦਿਆਂਗੇ। ਤੇ ਜੇ ਕੋਈ ਡਰਾਉਣ ਨਾਲ ਵੀ ਨਾ ਮੰਨੇ, ਫਿਰ ਉਹਦੇ ਘਰ ਦਾ ਭੇਤ ਲੈ ਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਰਾਵਣ ਨਾ ਤੇ ਪਿਆਰ ਨਾਲ ਕਾਬੂ ਆਇਆ, ਨਾ ਹੀ ਉਹ ਮਾਇਆ ਦੇ ਲਾਲਚ ਵਿੱਚ ਆਇਆ, ਕਿਉਂਕਿ ਉਹਦੀ ਤਾਂ ਆਪਣੀ ਸੋਨੇ ਦੀ ਲੰਕਾ ਸੀ, ਨਾ ਹੀ ਉਹ ਡਰਦਾ ਸੀ। ਤਾਂ ਉਹਦਾ ਭੇਤ ਲੈ ਕੇ ਉਹਦੇ ਸਕੇ ਭਰਾ ਭੀਖਣ ਨੂੰ ਆਪਣੇ ਵੱਲ ਕਰਕੇ ਫਿਰ ਉਹਨੂੰ ਮਾਰਿਆ ਗਿਆ। ਇਹ ਚਾਲਾਂ ਹੁੰਦੀਆਂ ਸ਼ਾਮ ਦਾਮ ਦੰਡ ਭੇਦ। ਇਹਦੇ ਮੁਤਾਬਕ ਬੜੇ ਪਿਆਰ ਨਾਲ ਪੇਸ਼ ਆਏ, ਸਾਹਿਬਜ਼ਾਦਿਆਂ ਨੂੰ ਬੜਾ ਪਿਆਰ ਕਰਦੇ ਆ, ਝੂਠਾ ਪਿਆਰ ਕਿ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਬਸ ਵਜੀਦੇ ਨੇ ਤੁਹਾਡੇ ਦਰਸ਼ਨ ਕਰਨੇ ਆ। ਤੇ ਮਾਤਾ ਗੁਜਰੀ ਦੀ ਗੋਦੀ ਵਿੱਚੋਂ ਉਹਨਾਂ ਸਾਹਿਬਜ਼ਾਦਿਆਂ ਨੂੰ ਲੈ ਗਏ। ਮਾਂ ਗੁਜਰੀ ਜਿਹੜੀ ਕਿ ਇਹਨੇ ਦਿਨਾਂ ਦੀ ਸਰਦੀ ਦੇ ਵਿੱਚ ਮਾਂ ਗੁਜਰੀ ਨੂੰ ਆਪਣੇ ਪੋਤਿਆਂ ਦਾ ਸਹਾਰਾ ਸੀ ਤੇ ਇਹਨਾਂ ਛੋਟੇ ਬੱਚਿਆਂ ਨੂੰ ਆਪਣੀ ਦਾਦੀ ਦਾ ਆਸਰਾ ਸੀ। ਪਹਿਲੇ ਦਿਨ ਜਦੋਂ ਲੈ ਕੇ ਗਏ, ਦਾਦੀ ਮਾਂ ਪਿੱਛੋਂ ਅਰਦਾਸਾਂ ਕਰਦੀ ਹੈ, ਸਿਮਰਨ ਕਰਦੀ ਹੈ। ਸਾਰਾ ਦਿਨ ਕਚਹਿਰੀ ਲੱਗੀ ਸੂਬੇ ਦੀ ਕਚਹਿਰੀ ਵਿੱਚ ਸਿਪਾਹੀਆਂ ਨੇ ਤੇ ਹੋਰਾਂ ਕਾਜ਼ੀਆਂ ਨੇ ਸਾਹਿਬਜ਼ਾਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਬੱਚਿਓ, ਤੁਹਾਡੇ ਪਿਤਾ ਜੀ, ਤੁਹਾਡੇ ਦੂਜੇ ਜਿਹੜੇ ਭਰਾ ਵੱਡੇ ਤੇ ਨਾਲ ਦੇ ਜਿਹੜੇ ਵੀ ਸਾਥੀ ਸੀ ਫੌਜਾਂ, ਕਹਿੰਦੇ ਉਹ ਸਾਰੀਆਂ ਅਸੀਂ ਖਤਮ ਕਰਤੀਆਂ। ਤੁਹਾਡਾ ਕਹਿੰਦੇ ਕੋਈ ਨਹੀਂ ਦੁਨੀਆ ਵਿੱਚ, ਕਹਿੰਦੇ ਤੁਹਾਡੇ ਹੁਣ ਅਸੀਂ ਬਣਾਂਗੇ, ਤੁਹਾਡਾ ਸਹਾਰਾ ਅਸੀਂ ਬਣਾਂਗੇ, ਤੁਸੀਂ ਵੱਡੇ ਹੋ ਜਾਓ, ਤੁਹਾਡੇ ਨਾਲ ਅਸੀਂ ਆਪਣੀਆਂ ਬੱਚੀਆਂ ਦੇ ਨਿਕਾਹ ਕਰ ਦਿਆਂਗੇ, ਵੱਡੇ ਅਹੁਦਿਆਂ ਤੇ ਬਿਠਾਵਾਂਗੇ। ਜਿਵੇਂ ਤੁਹਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਵੇਂ ਲੋਕੀ ਮੱਥੇ ਟੇਕਦੇ ਸੀ ਨਾ, ਕਹਿੰਦੇ ਐ ਤੁਹਾਨੂੰ ਟਿਕਿਆ ਕਰਨਗੇ। ਪਰ ਤੁਸੀਂ ਇੱਕ ਗੱਲ ਮੰਨ ਲਓ, ਕਹਿੰਦੇ ਕਿਹੜੀ? ਕਹਿੰਦੇ ਤੁਸੀਂ ਇਸਲਾਮ ਕਬੂਲ ਕਰ ਲਓ, ਮੁਸਲਮਾਨ ਬਣ ਜਾਓ। ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਦਾਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਮਾਂ ਗੁਜਰੀ ਨੇ ਸਾਰੀ ਦੱਸੀ ਹੋਈ ਸੀ ਵੀ ਤੁਹਾਡੇ ਦਾਦੇ ਨੇ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣੀ ਜਾਨ ਦੇ ਦਿੱਤੀ ਸੀ। ਸਾਹਿਬਜ਼ਾਦੇ ਕਹਿੰਦੇ ਇਹ ਤੇ ਸਾਡੇ ਆਪਣੇ ਧਰਮ ਦੀ ਗੱਲ ਹੈ, ਸੀਸ ਦਿਆ ਪਰ ਸਿਰ ਨਾ ਦਿਆ। ਆਪਣਾ ਸਿਦਕ ਨਹੀਂ ਹਾਰਿਆ, ਸੀਸ ਜਾਂਦਾ ਹੈ ਤੇ ਜਾਵੇ। ਆਪਾਂ ਵੀ ਪੜ ਲਈਏ ਪਿਆਰ ਨਾਲ। ਉਹ ਸਿਰ ਜਾਂਦਾ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਉਹ ਸਿਰ ਜਾਂਦਾ ਤਾਂ ਜਾਵੇ, ਸਾਡਾ
ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ 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 ਸਿਰ ਜਾਂਦਾ ਤਾਂ ਜਾਵੇ ਜੀ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸੀਸ ਦਿਆ ਪਰ ਸਿਰ ਨਾ ਦਿਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਿੱਖਿਆ ਸੀ ਆਪਣੇ ਹੱਕ ਵਾਸਤੇ ਆਪਣੇ ਧਰਮ ਵਾਸਤੇ ਜਾਨ ਜਾਂਦੀ ਹੈ ਚੱਲੀ ਜਾਵੇ ਪਰ ਝੁਕਣਾ ਨਹੀਂ ਸਾਹਿਬਜ਼ਾਦਿਆਂ ਨੇ ਜਾ ਕੇ ਸਭ ਤੋਂ ਪਹਿਲਾਂ ਤੇ ਫਤਿਹ ਬੁਲਾਈ ਰਸਤੇ ਵਿੱਚ ਸਿਪਾਹੀ ਉਹਨਾਂ ਨੂੰ ਸਮਝਾਉਂਦੇ ਆ ਕਿ ਬੱਚਿਓ ਜਾਨ ਸਾਰ ਸੂਬੇਦਾਰ ਬੈਠਾ ਹੋਣਾ ਤੁਸੀਂ ਝੁਕ ਕੇ ਸਲਾਮ ਕਰ ਦਿਓ ਸਾਹਿਬਜ਼ਾਦਿਆਂ ਨੇ ਆਪਸ ਵਿੱਚ ਰਾਏ ਕਰ ਲਈ ਚਲੇ ਗਏ ਸਿਪਾਹੀ ਕਹਿੰਦੇ ਕਰੋ ਸਲਾਮ ਸੂਬੇਦਾਰ ਦੇ ਸਾਹਮਣੇ ਇਹਨਾਂ ਨੇ ਫਿਰ ਉੱਥੇ ਫਤਿਹ ਜਕਾਰਾ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਇਹ ਜਕਾਰਾ ਛੱਡਿਆ ਫਤਿਹ ਗਜਾਈ ਨਾ ਉਸ ਵੇਲੇ ਸੂਬੇਦਾਰ ਬੱਚਿਆਂ ਦੇ ਜ਼ਬਾਨ ਵਿੱਚੋਂ ਇਹ ਸੁਣ ਕੇ ਕੰਬ ਗਿਆ ਸੀ ਉਹਨੇ ਆਖਿਆ ਹੈ ਇੰਨੇ ਖਤਰਨਾਕ ਹੈ ਆਪਣੇ ਕਾਜ਼ੀਆਂ ਨੂੰ ਆਪਣੇ ਸਿਪਾਹੀਆਂ ਨੂੰ ਆਖਿਆ ਕਿ ਤੁਸੀਂ ਸਮਝਾਇਆ ਨਹੀਂ ਉਹ ਕਹਿੰਦੇ ਜੀ ਬੜਾ ਮੱਥਾ ਮਾਰਿਆ ਬੜਾ ਸਮਝਾਇਆ ਚਲੋ ਕੋਈ ਗੱਲ ਨਹੀਂ ਪਹਿਲਾ ਦਿਨ ਹੈ ਅਸੀਂ ਬੱਚਿਆਂ ਨੂੰ ਸਮਝਾ ਦੇਾਂਗੇ ਕਿਉਂਕਿ ਇਹ ਜਿਹੋ ਜਿਹੇ ਮਾਹੌਲ ਵਿੱਚ ਪੈਦਾ ਹੋਏ ਆ ਉਹੇ ਜਿਹਾ ਇਹਨਾਂ ਤੇ ਰੰਗ ਚੜਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਲੱਡ ਸੀ ਉਹਨਾਂ ਦੀਆਂ ਰਗਾਂ ਵਿੱਚ ਐਡੀ ਛੇਤੀ ਤੇ ਮੰਨਣ ਵਾਲੇ ਨਹੀਂ ਤਾਂ ਵਜੀਦੇ ਨੂੰ ਉਹਨਾਂ ਨੇ ਠੰਡਾ ਕੀਤਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਸਮਝਾਉਨੇ ਆ ਬੜਾ ਸਮਝਾਇਆ ਸਾਹਿਬਜ਼ਾਦੇ ਸੁਣੀ ਗਏ ਉਹ ਕਹਿੰਦੇ ਜੀ ਤੁਹਾਡਾ ਸਾਰਾ ਪਰਿਵਾਰ ਅਸੀਂ ਖਤਮ ਕਰਤਾ ਹੈ ਇੱਕ ਬੁੱਢੜੀ ਮਾਂ ਜਿਹੜੀ ਤੁਹਾਡੇ ਕੋਲ ਹੈ ਤੇ ਇੱਕ ਤੁਸੀਂ ਆਪਣੀਆਂ ਜਾਨਾਂ ਕਿਉਂ ਗਵਾਉਣੇ ਆ ਉਹ ਕਹਿੰਦੇ ਨਹੀਂ ਅਸੀਂ ਆਪਣਾ ਧਰਮ ਨਹੀਂ ਛੱਡਣਾ ਕਹਿੰਦੇ ਤੁਹਾਨੂੰ ਕਿਹਨੇ ਆਖਿਆ ਕਹਿੰਦੇ ਦਾਦੀ ਨੇ ਆਖਿਆ ਉਹ ਕਹਿੰਦੇ ਦਾਦੀ ਤੇ ਉਮਰ ਭੋਗੀ ਬੈਠੀ ਹੈ 80 ਸਾਲ ਦੀ ਦਾਦੀ ਦਾ ਕੀ ਹੈ ਤੁਸੀਂ ਛੋਟੇ ਛੋਟੇ ਹੋ ਸਾਰੀ ਉਮਰ ਪਈ ਹੈ ਤੁਹਾਡੀ ਪਰ ਉਸ ਵੇਲੇ ਦਾਦੀ ਮਾਂ ਦਾ ਜਿਹੜਾ ਸਿੱਖਿਆ ਸੀ ਨਾ ਲੋਰੀਆਂ ਦਿੱਤੀਆਂ ਸੀ ਜਿਹੜੀਆਂ ਇਤਿਹਾਸ ਸੁਣਾਏ ਸੀ ਉਹਨਾਂ ਦਾ ਬੜਾ ਪ੍ਰਭਾਵ ਸੀ ਹਰ ਇੱਕ ਮਾਂ ਦਾ ਹਰ ਇੱਕ ਦਾਦੀ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਆ ਜਦੋਂ ਆਪਣੀਆਂ ਗੋਦੀਆਂ ਵਿੱਚ ਹੁੰਦੇ ਆ ਗੋਦੀਆਂ ਚੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਸਿੱਖਿਆ ਚੰਗੇ ਵਿਚਾਰ ਉਹਨਾਂ ਦੇ ਦਿਮਾਗ ਵਿੱਚ ਭਰ ਦਿਓ ਤਾਂ ਕਿ ਉਹ ਤੁਹਾਡੀਆਂ ਗੋਦੀਆਂ ਤੋਂ ਤੇ ਗੁਰੂ ਦੀ ਸਿੱਖਿਆ ਤੋਂ ਦੂਰ ਨਾ ਜਾਣ ਵੱਡੇ ਹੋ ਕੇ ਕਹਿਣੇ ਆ ਜੀ ਵਿਗੜ ਗਏ ਪਰ ਜਦੋਂ ਛੋਟੇ ਗੋਦੀਆਂ ਵਿੱਚ ਸੀ ਉਦੋਂ ਲੋਕੀ ਕੀ ਕਰਦੇ ਆ ਉਹਨੂੰ ਕਹਿੰਦੇ ਲੈ ਪੁੱਤ ਮੋਬਾਈਲ ਲੈ ਤੂੰ ਇਹਦੇ ਨਾਲ ਖੇਡ ਸਾਨੂੰ ਨਾ ਤੰਗ ਕਰ ਜਦੋਂ ਬੱਚੇ ਛੋਟੇ ਆ ਗੋਦੀਆਂ ਵਿੱਚ ਆਏ ਜਦੋਂ ਨਾਲ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਜ਼ਿਆਦਾ ਸਮਾਂ ਦਿਓ ਬੱਚਿਆਂ ਨੂੰ ਉਹਨਾਂ ਦਾ ਭਵਿੱਖ ਤਾਂ ਬਣਨਾ ਹੈ ਗੁਰਬਾਣੀ ਵਿੱਚ ਲਾਂਭਾ ਦਿੱਤਾ ਮਾਂ ਨੂੰ ਜੇ ਕੋਈ ਚੰਗਾ ਹੈ ਸ਼ਾਬਾਸ਼ ਵੀ ਮਾਂ ਨੂੰ ਦਿੱਤੀ ਹੈ ਤੇ ਜੇ ਕੋਈ ਮਾੜਾ ਹੈ ਆਪਣੇ اخلاقی ਫਰਜ਼ ਤੋਂ ਆਪਣੇ ਇਨਸਾਨੀਅਤ ਤੋਂ ਇਨਸਾਨ ਦੇ ਫਰਜ਼ ਕੀ ਹੈ ਮਨੁੱਖਾ ਜੀਵਨ ਦੇ ਉਹਨਾਂ ਮੁੱਢਲੇ ਫਰਜ਼ਾਂ ਤੋਂ ਜਿਹੜਾ ਕੋਈ ਭੱਜਦਾ ਹੈ ਤਾਂ ਫਿਰ ਉਹ ਉਲਾਂਭਾ ਵੀ ਮਾਂ ਨੂੰ ਦਿੱਤਾ ਹੈ ਇਸ ਕਰਕੇ ਮਾਵਾਂ ਦਾ ਫਰਜ਼ ਬਣਦਾ ਹੈ ਜੇ ਤੁਸੀਂ
ਮਾਤਾ ਜਗਵੰਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਆਏ ਹੋ। ਅੱਜ ਮਾਂ ਗੁਜਰੀ ਦਾ ਦਿਹਾੜਾ ਹੈ, ਉਹਨਾਂ ਨੂੰ ਸਮਰਪਿਤ ਹੋ ਕੇ ਇਹ ਵਾਅਦਾ ਕਰੋ ਵੀ ਅਸੀਂ ਆਪਣੇ ਬੱਚਿਆਂ ਦੇ ਨਾਲ ਸ਼ਾਮ ਨੂੰ ਜ਼ਰੂਰ ਥੋੜਾ ਸਮਾਂ ਗੱਲਾਂ ਬਾਤਾਂ ਕਰਿਆ ਕਰਾਂਗੇ। ਇਹ ਸਾਡਾ ਫਰਜ਼ ਬਣਦਾ ਹੈ। ਤੇ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ। ਉਸ ਮਾਂ ਦਾ ਸੰਸਾਰ ਉੱਤੇ ਆਉਣਾ ਸਫਲ ਹੋ ਜਾਂਦਾ ਹੈ ਜਿਹੜੀ ਮਾਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਦਿੰਦੀ ਹੈ। ਕੋਈ ਕਿਤੇ ਡਿੱਗਿਆ ਪਿਆ, ਆਪਾਂ ਪੁੱਛਦੇ ਆਂ ਵੀ ਕੌਣ ਹੈ ਭਾਈ, ਕਿਹਨਾਂ ਦਾ ਮੁੰਡਾ ਹੈ, ਮਤਲਬ ਉਹਦੇ ਮਾਂ-ਬਾਪ ਨੂੰ ਫਰੋਲਿਆ ਜਾਂਦਾ ਵੀ ਦੱਸੋ ਖਾਨਦਾਨ ਕਿਹੋ ਜਿਹਾ ਹੈ। ਤਾਂ ਸਾਧ ਸੰਗਤ ਜੀ, ਉਹਨਾਂ ਬੱਚਿਆਂ ਨੇ ਉਸ ਵੇਲੇ ਫਤਿਹ ਬੁਲਾਉਣੀ, ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਕਹਿੰਦੇ ਸਾਨੂੰ ਸਾਡੀ ਦਾਦੀ ਮਾਂ ਪਿਆਰੀ ਹੈ, ਦਾਦੀ ਮਾਂ ਦੀ ਦਿੱਤੀ ਹੋਈ ਸਿੱਖਿਆ ਪਿਆਰੀ ਹੈ। ਤੁਸੀਂ ਆਪਣੀਆਂ ਧਨ ਦੌਲਤਾਂ ਤੇ ਆਪਣਾ ਸਭ ਕੁਝ ਆਪਣੇ ਅਹੁਦੇ ਆਪਣੇ ਕੋਲ ਰੱਖੋ। ਵਜੀਦਾ ਕੰਬ ਉੱਠਿਆ, ਗੁੱਸੇ ਨਾਲ ਲੋਹਾ ਲਾਖਾ ਹੋ ਗਿਆ। ਸਾਰਾ ਦਿਨ ਕਚਹਿਰੀ ਲੱਗੀ ਰਹੀ, ਫਿਰ ਵਾਪਸ ਆ ਗਏ। 11 ਪੋਹ ਦਾ ਦਿਨ ਸੀ। ਇਹ ਦਾਦੀ ਉਡੀਕਦੀ ਹੈ, ਉਹਦੀ ਉਡੀਕ ਦੀ ਆਸ ਵੱਜੀ ਜਦੋਂ ਦੂਰੋਂ ਦੇਖਿਆ ਕਿ ਮੇਰੇ ਉਹ ਆਉਂਦੇ ਆ ਬੱਚੇ। ਕਰਤਾਰ ਦਾ ਨਿਰੰਕਾਰ ਦਾ ਸ਼ੁਕਰਾਨਾ ਕੀਤਾ, ਭੱਜ ਕੇ ਆ ਕੇ ਦਾਦੀ ਮਾਂ ਦੀ ਛਾਤੀ ਨਾਲ ਲੱਗੇ, ਸੀਨੇ ਨਾਲ ਲਾ ਲਏ, ਸਕੂਨ ਮਿਲਿਆ। ਸਾਰੀ ਰਾਤ ਫਿਰ ਸ਼ਾਮ ਨੂੰ ਬਾਬਾ ਮੋਤੀ ਰਾਮ ਮਹਿਰਾ ਦੁੱਧ ਪਿਲਾਉਣ ਵਾਸਤੇ ਆਇਆ। ਆਪਣੇ ਘਰ ਵਾਲੀ ਦੇ ਤੇ ਆਪਣੀ ਮਾਂ ਦੇ ਗਹਿਣੇ ਮੋਹਰਾਂ ਦੇ ਕੇ ਉਹਨਾਂ ਪਹਿਰੇਦਾਰਾਂ ਨੂੰ ਉਹਨਾਂ ਨੇ ਪੌੜੀ ਲਾ ਕੇ ਦਿੱਤੀ, ਉਹਨਾਂ ਨੂੰ ਰਿਸ਼ਵਤ ਦੇ ਕੇ। ਤਾਂ ਫਿਰ ਦੁੱਧ ਛਕਾਉਣ ਦੀ ਸੇਵਾ ਕੀਤੀ। ਸਾਰੀ ਰਾਤ ਠੰਡੇ ਬੁਰਜ ਵਿੱਚ ਬਿਨਾਂ ਕਿਸੇ ਕੱਪੜੇ ਤੋਂ, ਬਿਨਾਂ ਕਿਸੇ ਸਹਾਰੇ ਤੋਂ, ਬਿਨਾਂ ਕਿਸੇ ਭੋਜਨ ਤੋਂ ਉਹੀ ਕੱਲਾ ਦੁੱਧ ਛਕਿਆ ਜਿਹੜਾ ਬਾਬਾ ਮੋਤੀ ਰਾਮ ਮਹਿਰੇ ਨੇ ਸਿਖਾਇਆ। ਸਾਰੀ ਰਾਤ ਲੰਘ ਗਈ। 12 ਪੋਹ ਦਾ ਦਿਨ ਚੜ ਗਿਆ। ਸਿਪਾਹੀ ਫਿਰ ਆ ਗਏ, ਫਿਰ ਸਾਹਿਬਜ਼ਾਦਿਆਂ ਨੂੰ ਲੈ ਗਏ। ਦਾਦੀ ਮਾਂ ਉਹਨਾਂ ਹੀ ਦਸਤਾਰਾਂ ਨੂੰ ਦੁਬਾਰਾ ਠੀਕ ਕਰਕੇ ਬੰਨ ਦਿੰਦੀ ਹੈ, ਕਮਰ ਕਸੇ ਲਾ ਦਿੰਦੀ ਹੈ। ਫਿਰ ਤੋਰ ਦਿੱਤੇ। ਸਾਰਾ ਦਿਨ ਕਚਹਿਰੀ ਲੱਗੀ। ਕਚਹਿਰੀ ਵਿੱਚ ਝੁਕ ਕੇ ਸਲਾਮ ਕਰਨ ਨੂੰ ਆਖਿਆ। ਛੋਟੀ ਜੀ ਬਾਰੀ ਵਿੱਚੋਂ ਦੀ ਲੰਘਾਉਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਝੁਕ ਕੇ ਲੰਘਣਗੇ ਸਾਰੇ ਜਾਣੇ ਤਾੜੀ ਮਾਰ ਦਿਓ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਵਜ਼ੀਰ ਸੂਬੇਦਾਰ ਨੂੰ ਝੁਕ ਕੇ ਸਲਾਮ ਕਰਤੀ। ਕਹਿੰਦੇ ਇੰਨੇ ਨਾਲ ਇੱਜ਼ਤ ਰਹਿ ਜੂਗੀ ਸੂਬੇਦਾਰ ਦੀ। ਪਰ ਬਾਰੀ ਥਣੀ ਲੰਘਣ ਲੱਗੇ ਤੇ ਪੈਰ ਪਹਿਲਾਂ ਰੱਖ ਕੇ ਲੰਘੇ। ਫਿਰ ਸੂਬੇਦਾਰ ਨੇ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਉਹਨੂੰ ਆਖਿਆ, ਉਹਦਾ ਇੱਕ ਭਰਾ ਸੀ ਮਲੇਰਕੋਟਲੇ ਨਵਾਬ ਦਾ, ਉਹਨੂੰ ਆਖਿਆ ਵੇ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਬੱਚਿਆਂ ਦੇ ਪਿਤਾ ਨੇ ਮਾਰਿਆ ਤੇ ਤੂੰ ਆਪਣੇ ਭਰਾ ਦਾ ਬਦਲਾ ਲੈ ਲਾ। ਮਲੇਰਕੋਟਲੇ ਦਾ ਨਵਾਬ ਕਹਿੰਦਾ, ਉਹਨੇ ਆਖਿਆ ਵੀ ਮੈਨੂੰ ਤੇ ਇਸ ਗੱਲ ਦੀ ਸ਼ਰਮ ਆਉਂਦੀ ਹੈ। ਲੜਾਈ ਦੇ ਮੈਦਾਨ ਵਿੱਚ ਦੋ ਜਾਣੇ ਲੜਦੇ, ਇੱਕ ਨੇ ਜਿੱਤਣਾ ਤੇ ਇੱਕ ਨੇ ਹਾਰਨਾ ਹੁੰਦਾ। ਇਹ ਉਸ ਮੈਦਾਨੇ ਜੰਗ ਹੈ ਜਿਹੜਾ ਲੜਾਈ ਦਾ ਮੈਦਾਨ ਹੈ, ਉਹਦੀ ਇੱਕ ਅਸੂਲ ਹੁੰਦਾ ਹੈ ਵੀ ਇੱਕ ਨੇ ਮਰਨਾ ਸੀ, ਇੱਕ ਨੇ ਹਾਰਨਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਜੇ ਮੇਰਾ ਭਰਾ ਮਰ ਗਿਆ ਤਾਂ ਲੜਾਈ ਵਿੱਚ ਮਰਿਆ। ਅੱਛਾ, ਜੇ ਉਹਦਾ ਕਸੂਰਵਾਰ ਮੰਨਣਾ ਤੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਾਂਗੇ। ਇਹਨਾਂ ਦਾ ਬੱਚਿਆਂ ਦਾ ਕੀ ਕਸੂਰ ਹੈ? ਇਹਨਾਂ ਬੱਚਿਆਂ ਨੇ ਤੇ ਕਿਸੇ ਦਾ ਕੁਝ ਨਹੀਂ ਵਿਗਾੜਿਆ। ਜਦੋਂ ਆਹ ਗੱਲ ਕਹੀ ਮਤਲਬ ਉਹਨੇ ਹਾਂ ਦਾ ਨਾਰਾ ਮਾਰਿਆ। ਕੋਲੇ ਸੁੱਚਾ ਆਨੰਦ ਬੈਠਾ ਹੈ। ਹੁਣ ਨਾਮ ਸੁੱਚਾ ਆਨੰਦ ਕਹਿਣਾ ਪੈਂਦਾ ਹੈ ਪਰ ਹੈ ਤਾਂ ਝੂਠਾ ਆਨੰਦ। ਇਹ ਦੀਵਾਨ ਸੀ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੀਵਾਨ ਸੀ ਨਾ ਚੰਦੂ, ਉਵੇਂ ਇਹ ਦੀਵਾਨ ਸੀ ਬਾਦਸ਼ਾਹ ਦਾ ਸੁੱਚਾ ਆਨੰਦ। ਇਹਨੇ ਕੋਲੇ ਬੈਠੇ ਨੇ ਆਖਿਆ, ਜਦੋਂ ਮਲੇਰਕੋਟਲੇ ਦੇ ਨਵਾਬ ਨੇ ਆਖਿਆ ਵੀ ਇਹ ਬੱਚਿਆਂ ਨੂੰ ਛੱਡ ਦਿਓ, ਇਹਨਾਂ ਦਾ ਕੋਈ ਕਸੂਰ ਨਹੀਂ। ਉਹ ਦੀਵਾਨ ਕਹਿੰਦਾ ਜੀ ਤੁਸੀਂ ਦੇਖੋ ਤੇ ਸਹੀ ਇਹ ਫਤਿਹ ਕਿਵੇਂ ਬੁਲਾਉਂਦੇ ਆ, ਜਕਾਰੇ ਛੱਡੀ ਜਾਂਦੇ ਆ। ਕਿਤੇ 9 ਸਾਲ ਦੀ ਉਮਰ ਵਿੱਚ ਤੇ ਮਾਣ ਨਹੀਂ ਤੇ ਵੱਡੇ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਤੇਜ਼ ਬਣਨਗੇ। ਹੁਣ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਇਕੱਲੇ ਨਹੀਂ ਫੜੇ ਜਾਂਦੇ ਤੇ ਇਹਨਾਂ ਨੂੰ ਤੁਸੀਂ ਜਦੋਂ ਵੱਡੇ ਹੋਗੇ ਤੁਸੀਂ ਬੁੜੇ ਹੋ ਜਾਓਗੇ ਤੇ ਤੁਹਾਨੂੰ ਤੇ ਇਹ ਤੰਗ ਕਰਨਗੇ।
ਜੰਮਦੀਆਂ ਸੂਲਾਂ ਦੇ ਕਹਿੰਦੇ ਮੂੰਹ ਤਿੱਖੇ ਹੁੰਦੇ ਆ। ਕੀ ਹੋ ਗਿਆ ਜੇ ਬੱਚੇ ਛੋਟੇ ਆ? ਕਹਿੰਦੇ ਸੱਪ ਦੇ ਬੱਚੇ ਤੇ ਸਪੋਲੀਏ ਹੁੰਦੇ ਆ, ਜ਼ਹਿਰ ਤੇ ਉਹਨਾਂ ਵਿੱਚ ਉਨੀ ਆ। ਇਹ ਕਹਿੰਦੇ ਜਿਹੜਾ ਸਿੱਖਿਆ ਦਿੱਤੀ ਆ ਨਾ ਇਹਨਾਂ ਨੂੰ ਅਣਖ ਨਾਲ ਜਿਉਣਾ, ਇਹ ਤੇ ਕਹਿੰਦੇ ਵੱਡੇ ਹੋ ਕੇ ਐਂ ਬਣਨਗੇ, ਤੁਸੀਂ ਇਹਨਾਂ ਨੂੰ ਹੁਣੇ ਖਤਮ ਕਰ ਦਿਓ। ਬਸ ਫੇਰ ਕਾਜੀ ਤੋਂ ਫਤਵਾ ਲਵਾਇਆ। ਕਾਜੀ ਤੋਂ ਫਤਵਾ ਲਵਾਉਣਾ ਮਤਲਬ ਇੱਕ ਉਹਨਾਂ ਨੇ ਸੋਚਿਆ ਵੀ ਆਪਣੇ ਹਿਸਾਬ ਨਾਲ ਕਾਨੂੰਨੀ ਕਾਰਵਾਈ, ਜਿਹਨੂੰ ਕਹਿ ਦਿੰਨੇ ਆ ਕਾਨੂੰਨੀ ਕਾਰਵਾਈ ਕਰਨੀ। ਕਾਜੀ ਤੋਂ ਫਤਵਾ ਲਵਾਇਆ ਤੇ ਕਾਜੀ ਵੀ ਉਹਨਾਂ ਦੇ ਖੁਸ਼ਾਮਦੀ ਵਾਲਾ ਸੀ। ਉਹਨੇ ਫਤਵਾ ਕੀ ਜਾਰੀ ਕੀਤਾ? ਕਹਿੰਦੇ ਇਹਨਾਂ ਬੱਚਿਆਂ ਨੇ ਇਹ ਗੁਨਾਹ ਕੀਤਾ ਹੈ, ਭਰੀ ਸਭਾ ਵਿੱਚ ਸੂਬੇਦਾਰ ਦੀ ਗੱਲ ਨਹੀਂ ਮੰਨੀ, ਸਲਾਮ ਨਹੀਂ ਕੀਤੀ, ਬੇਇੱਜ਼ਤੀ ਕੀਤੀ ਹੈ। ਕਹਿੰਦੇ ਇਹਨਾਂ ਬੱਚਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਆਖੋ ਸਤਨਾਮ। ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਕਹਿੰਦੇ ਜੀ ਅੱਜ ਦਾ ਦਿਨ ਹੋਰ ਸਮਝਾ ਕੇ ਦੇਖਦੇ ਆ, ਨਹੀਂ ਫਿਰ ਕੱਲ ਨੂੰ ਚਿਣਵਾ ਦਿਓ। ਇਹ 12 ਪੋਹ ਦਾ ਦਿਨ ਸਾਰੀ ਵਾਰਤਾ ਹੋਈ। ਸ਼ਾਮ ਨੂੰ ਫਿਰ ਦਾਦੀ ਮਾਂ ਫਿਰ ਬੁਰਜ ਤੇ ਖੜੀ ਦੇਖ ਰਹੀ ਹੈ, ਰਾਹਾਂ ਉਡੀਕਦੀ ਹੈ। ਸਾਸਰਤ ਜੀ ਤੁਹਾਡੀਆਂ ਰਾਹਾਂ ਤੁਹਾਡਾ ਮਾਂ-ਬਾਪ, ਤੁਹਾਡੇ ਦਾਦਾ ਦਾਦੀ ਉਡੀਕਣਗੇ, ਹੋਰ ਕੋਈ ਨਹੀਂ ਉਡੀਕਦਾ। ਕਿਤੇ ਲੇਟ ਹੋ ਜਾਓ ਕਿਸੇ ਨੂੰ ਫਿਕਰ ਨਹੀਂ ਹੁੰਦਾ, ਮਾਂ ਨੂੰ ਬਹੁਤਾ ਫਿਕਰ ਹੁੰਦਾ ਹੈ ਵੀ ਮੇਰਾ ਪੁੱਤ ਕਿਉਂ ਨਹੀਂ ਆਇਆ। ਰੋਜ਼ ਵੈਨ ਆਉਂਦੀ ਹੈ, ਜੇ 3 ਵਜੇ ਛੁੱਟੀ ਮਿਲਦੀ ਹੈ 3:30 ਵੈਨ ਆਉਂਦੀ ਹੈ। ਜਿੱਦਾਂ 3:35 ਹੋ ਗਏ ਨਾ, ਮਾਂ ਉਡੀਕਣ ਲੱਗ ਜੂ ਕਿ ਪਤਾ ਨਹੀਂ ਕੀ ਗੱਲ ਹੈ, ਪਤਾ ਕਰੋ ਲੇਟ ਕਿਉਂ ਹੋ ਗਿਆ। ਇੰਨਾ ਸਮਾਂ ਵੀ ਝੱਲਣਾ ਔਖਾ ਹੈ। ਮਾਂ ਦੀ ਮਮਤਾ ਪਿਆਰ ਹੀ ਐਸਾ ਹੈ। ਤਾਂ ਹੁਣ ਉਡੀਕਦੀ ਸੀ ਦਾਦੀ ਮਾਂ। ਸਾਹਿਬਜ਼ਾਦੇ ਫਤਿਹ ਸਿੰਘ, ਜੋਰਾਵਰ ਸਿੰਘ ਕੋਲ ਆ ਕੇ ਜਦੋਂ ਸਿਪਾਹੀਆਂ ਨੇ ਛੱਡ ਦਿੱਤੇ, ਭੱਜ ਕੇ ਦਾਦੀ ਮਾਂ ਨੂੰ ਫਿਰ ਚੁੰਬੜ ਗਏ। ਦਾਦੀ ਮਾਂ ਕਹਿੰਦੀ ਕਿ ਬੱਚਿਓ ਮੈਂ ਤੁਹਾਨੂੰ ਉਡੀਕ ਰਹੀ ਸੀ। ਫਤਿਹ ਸਿੰਘ ਕਹਿੰਦਾ ਕਿ ਦਾਦੀ ਮਾਂ ਕਚਹਿਰੀ ਵਿੱਚ ਅੱਜ ਇਸ ਤਰ੍ਹਾਂ ਸੂਬੇਦਾਰ ਨੇ ਕਿਹਾ, ਸਿਪਾਹੀਆਂ ਨੇ ਕਿਹਾ, ਮੈਂ ਫਿਰ ਇਸ ਤਰ੍ਹਾਂ ਜਵਾਬ ਦਿੱਤਾ, ਮੇਰੇ ਵੀਰੇ ਨੇ ਇਸ ਤਰ੍ਹਾਂ ਜਵਾਬ ਦਿੱਤਾ। ਉਹ ਗੱਲਬਾਤ ਸਾਰੀ ਦੱਸੀ ਤੇ ਸੌਂਦਿਆਂ ਸੌਂਦਿਆਂ ਆਹ ਗੱਲ ਵੀ ਦੱਸੀ। ਕਹਿੰਦੇ ਐਂ ਕਹਿੰਦੇ ਸੀ ਕਿ ਕੱਲ ਨੂੰ ਨਾ ਤੁਹਾਨੂੰ ਨੀਹਾਂ ਵਿੱਚ ਚਿਣਦੇ ਆਉਂਦੇ ਆ। ਦਾਦੀ ਮਾਂ ਨੂੰ ਪਤਾ ਲੱਗ ਗਿਆ ਵੀ ਸਮਾਂ ਆ ਗਿਆ ਰੱਬ ਦੇ ਘਰ ਵਿੱਚ ਜਾਣ ਦਾ। ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ, ਕਿਤੇ ਜ਼ੁਲਮ ਅੱਗੇ ਨਾ ਝੁਕ ਜਾਇਓ। ਮੈਂ ਇਹੋ ਸਬਕ ਸਿਖਾਉਂਦੀ ਰਹੀ। ਜਦੋਂ ਪੋਤੇ ਮੇਰੇ ਸ਼ਹੀਦ ਕੀਤੇ, ਫਿਰ ਆਪਣੇ ਆਪ ਮੈਂ ਤਾਂ ਗੁਜਰੀ, ਸੰਗ ਤੇ ਨਹੀਂ ਮੇਰਾ ਨਾਂ ਗੁਜਰੀ। ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਬੜਾ ਸਮਝਾਇਆ ਕਿ ਦੇਖਿਓ ਬੱਚੇ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ, ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹਿਣਾ ਹੈ। 12 ਪੋਹ ਦੀ ਰਾਤ ਸਿਮਰਨ ਕਰਦੀ ਰਹੀ ਦਾਦੀ ਮਾਂ ਬੱਚਿਆਂ ਨੂੰ। ਜਿੰਨੀ ਕਿ ਉਹਨਾਂ ਨੇ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਿਆ, ਉਸ ਰਾਤ ਨੂੰ ਵੀ ਬਾਬਾ ਮੋਤੀ ਰਾਮ ਮਹਿਰਾ ਦੁੱਧ ਛਕਾ ਕੇ ਗਿਆ। 13 ਪੋਹ ਦਾ ਦਿਨ ਆ ਗਿਆ, ਸਵੇਰ ਹੋਈ। ਵਜੀਦੇ ਨੂੰ ਇਉਂ ਲੱਗਦਾ ਸੀ ਵੀ ਅੱਜ ਤਾਂ ਮੈਂ ਇਹਨਾਂ ਬੱਚਿਆਂ ਨੂੰ ਮੁਸਲਮਾਨ ਬਣਾ ਕੇ ਛੱਡਣਾ ਹੈ। ਬਹੁਤਾ ਹੀ ਕਾਹਲਾ ਪਿਆ ਹੋਇਆ ਸੀ। ਆਪਣੇ ਸਿਪਾਹੀ ਭੇਜ ਤੇ ਸਿਪਾਹੀ ਪਹੁੰਚੇ ਤਾਂ ਜਦੋਂ ਦਾਦੀ ਮਾਂ ਨੂੰ ਆ ਕੇ ਉਹਨਾਂ ਸਿਪਾਹੀਆਂ ਨੇ ਕਿਹਾ ਕਿ ਅੱਜ ਇਹਨਾਂ ਬੱਚਿਆਂ ਨੂੰ ਅਸੀਂ ਫੇਰ ਲੈ ਕੇ ਜਾਣਾ ਹੈ, ਪਰ ਬੱਚਿਆਂ ਨੇ ਗੱਲ ਦੱਸੀ ਹੈ ਕਿ ਕੱਲ ਨੀਹਾਂ ਵਿੱਚ ਚਿਣਨ ਦੀ ਗੱਲ ਕਰਦੇ ਸੀ ਕਿ ਜੇ ਨਾ ਮੰਨੇ ਤਾਂ ਫਿਰ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਉਹ ਸੋਚਦੇ ਆ ਕਿ ਅੱਗੇ ਤੇ ਸ਼ਾਮ ਨੂੰ ਇਹ ਮੇਰੇ ਕੋਲ ਆ ਜਾਂਦੇ ਆ, ਮੇਰੀ ਗੋਦੀ ਵਿੱਚ ਆ ਜਾਂਦੇ ਆ। ਸਾਰਾ ਦਿਨ ਦਾਦੀ ਮਾਂ ਗੁਜਰੀ ਠੰਡੇ ਬੁਰਜ ਵਿੱਚ। ਇੱਕ ਤੇ ਠੰਡ ਦਾ ਸਮਾਂ, ਇੱਕ ਆਪਣਾ ਕੋਲੇ ਨਹੀਂ। ਜਦੋਂ ਦੁੱਖ ਦੀ ਘੜੀ ਹੋਵੇ ਨਾ, ਕਦੇ ਹਸਪਤਾਲ ਵਿੱਚ ਬਹਿਣਾ ਹੋਵੇ, ਰੱਬ ਨਾ ਕਰੇ ਐਸਾ ਸਮਾਂ ਆਵੇ, ਉਦੋਂ ਆਪਣਿਆਂ ਦੀ ਯਾਦ ਬਹੁਤ ਆਉਂਦੀ ਹੈ। ਉਦੋਂ ਦਿਲ ਕਰਦਾ ਵੀ ਫਲਾਨਾ ਵੀ ਆ ਕੇ ਸਾਡਾ ਪਤਾ ਲੈ ਜੇ, ਫਲਾਨਾ ਵੀ ਆ ਜੇ। ਇੱਥੇ ਫਿਰ
ਮਾਂ ਗੁਜਰੀ ਨੂੰ ਆਪਣੀ ਨੂੰਹ ਮਾਤਾ ਜੀਤਾਂ ਦੀ ਯਾਦ ਆਈ। ਆਪਣੇ ਬੱਚਿਆਂ ਨੂੰ ਜਦੋਂ ਸਿਪਾਹੀ ਲੈਣ ਆਏ, ਕਹਿੰਦੇ ਅਸੀਂ ਲੈ ਕੇ ਚੱਲੇ ਆਂ। ਪਹਿਲਾਂ ਨਾਲੋਂ, ਪਹਿਲੇ ਦਿਨ ਨਾਲੋਂ ਇਹਨਾਂ ਦਾ ਵੀ ਰੁੱਖ ਬਦਲ ਗਿਆ। ਰੁੱਖਾ ਬੋਲਦੇ ਆ, ਭੈੜਾ ਬੋਲਦੇ ਆ। ਤਾਂ ਮਾਂ ਗੁਜਰੀ ਨੂੰ ਪਤਾ ਲੱਗ ਗਿਆ ਕਿ ਰੱਬ ਨਾ ਕਰੇ, ਪਰ ਲੱਗ ਨਹੀਂ ਰਿਹਾ ਕਿ ਇਹ ਸ਼ਾਮ ਨੂੰ ਪਤਾ ਨਹੀਂ ਮੇਰੀ ਗੋਦ ਵਿੱਚ ਦੁਬਾਰਾ ਆਉਣਗੇ ਕਿ ਨਹੀਂ ਆਉਣਗੇ। ਤੇ ਅੱਜ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਆਪਣੇ ਹੱਥੀਂ ਤਿਆਰ ਕੀਤਾ, ਮੱਥੇ ਚੁੰਮੇ, ਬਹੁਤੇ ਪਿਆਰੇ ਲੱਗਦੇ ਆ। ਫਤਿਹ ਸਿੰਘ ਜੋਰਾਵਰ ਸਿੰਘ ਦਾਦੀ ਮਾਂ ਦੀ ਗੋਦੀ ਵਿੱਚੋਂ ਨਿਕਲ ਕੇ ਉਹਨਾਂ ਸਿਪਾਹੀਆਂ ਦੇ ਹੱਥਾਂ ਵਿੱਚ ਆ ਗਏ। ਉਹ ਲੈ ਕੇ ਜਾ ਰਹੇ ਆ। ਮਾਤਾ ਜੀਤਾਂ ਨੂੰ ਯਾਦ ਕਰਦੀ ਹੈ ਕਿ ਜੀਤਾਂ ਅੱਜ ਤੇਰਾ ਫਤਿਹ ਸਿੰਘ ਬਹੁਤ ਸੋਹਣਾ ਲੱਗ ਰਿਹਾ ਹੈ, ਪਤਾ ਨਹੀਂ ਕੀ ਗੱਲ ਹੈ, ਜਾਂ ਇਸ ਕਰਕੇ ਆ ਕਿ ਇਹਨੇ ਦੁਬਾਰਾ ਮਿਲਣਾ ਨਹੀਂ। ਲੱਗਦਾ ਵੀ ਆਖਰੀ ਵਾਰ ਇਸ ਬੱਚੇ ਦੇ ਦਰਸ਼ਨ ਹੋ ਰਹੇ ਆ। ਜੇ ਕਿਤੇ ਤੂੰ ਅੱਜ ਜਿਉਂਦੀ ਹੁੰਦੀ, ਅੱਜ ਆਖਰੀ ਵਾਰੀ ਇਸ ਫਤਿਹ ਸਿੰਘ ਨੂੰ, ਜੋਰਾਵਰ ਸਿੰਘ ਨੂੰ ਦੇਖ ਲੈਂਦੀ। ਮੁੜ ਮੁੜ ਕੇ ਵਾਪਸ ਦਾਦੀ ਮਾਂ ਵੱਲ ਦੇਖਦੇ ਆ। ਦਾਦੀ ਮਾਂ ਬੇਵਸ ਹੈ, ਗੋਦੀ ਵਿੱਚੋਂ ਸਿਪਾਹੀ ਕੱਢ ਕੇ ਲੈ ਗਏ। ਇਸ ਠੰਡੇ ਬੁਰਜ ਵਿੱਚ ਅੱਜ ਬੈਠੀ ਅਰਦਾਸਾਂ ਕਰ ਰਹੀ ਹੈ। ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ, ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ, ਹਾਂ ਸ਼ਗਨ ਕਰੇ, ਜੋਰਾਵਰ ਫਤਿਹ ਸਿੰਘ ਘੋੜੀ ਚੜੇ। ਜੋਰਾਵਰ ਫਤਿਹ ਸਿੰਘ ਘੋੜੀ ਚੜੇ। ਨਿੱਕੇ ਨਿੱਕੀਆਂ ਕਲਗੀਆਂ ਸਜਾ ਕੇ ਤੁਰੇ, ਸੋਹਣੇ ਗਾਤਰੇ ਤੇ ਸ੍ਰੀ ਸੇ ਪਾ ਕੇ ਤੁਰੇ। ਮੋਤੀ ਰਾਮ ਖੜਾ ਰੋਵੇ ਤੇ ਹੰਝੂਆਂ ਦਾ ਚੋਵੇ। ਗਾਨੇ ਗੁੱਟਾਂ ਤੇ ਸ਼ਹੀਦੀਆਂ ਦੇ ਜੱਚਦੇ ਬੜੇ, ਜੱਚਦੇ ਬੜੇ। ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ, ਹਾਂ ਸ਼ਗਨ ਕਰੇ। ਜੋਰਾਵਰ ਫਤਿਹ ਸਿੰਘ ਘੋੜੀ ਚੜੇ। ਸਾਨੂੰ ਬਹੁਤੀ ਨਹੀਂ ਸ਼ਗਨਾਂ ਦੀ ਲੋੜ ਸੁਬਿਆ, ਹੁਣ ਛੇਤੀ ਛੇਤੀ ਡੋਲਿਆਂ ਨੂੰ ਤੋਰ ਸੁਬਿਆ। ਗੰਗੂ ਰਾਮ ਵਿਚੋਲਾ ਪੈੜਾ ਰੱਖ ਗਿਆ ਓਲਾ, ਖੜੇ ਕੰਬ ਕੇ ਜਲਾਦ ਹੱਥੀਂ ਤੇਸੇ ਨੇ ਫੜੇ, ਹਾਂ ਤੇਸੇ ਨੇ ਫੜੇ। ਜੋਰਾਵਰ ਫਤਿਹ ਸਿੰਘ ਘੋੜੀ ਚੜੇ। ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ, ਹਾਂ ਸ਼ਗਨ ਕਰੇ। ਜੋਰਾਵਰ ਫਤਿਹ ਸਿੰਘ ਘੋੜੀ ਚੜੇ। ਜਿੰਦਾ ਕੋਮਲ ਨੇ ਨੀਹਾਂ 'ਚ ਖੜਾਉਣ ਲੱਗੀਆਂ,
ਇੱਟਾਂ ਲਾੜੀ ਦੀ ਸਹੇਲੀ ਵਾਂਗੂ ਰੋਣ ਲੱਗੀਆਂ, ਸੁੱਚਾ ਆਨੰਦ ਗਾਰਾ ਪਾਵੇ ਵਹੁਟੀ ਮੌਤ ਨੂੰ ਸਜਾਵੇ, ਭੈੜਿਆਂ ਜਲਾਦਾਂ ਹੀਰੇ ਕੰਧਾਂ 'ਚ ਜੜੇ, ਕੰਧਾਂ 'ਚ ਜੜੇ, ਜ਼ੋਰਾਵਰ ਫਤਿਹ ਸਿੰਘ ਘੋੜੀ ਚੜੇ, ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ, ਸ਼ਗਨ ਕਰੇ, ਜ਼ੋਰਾਵਰ ਫਤਿਹ ਸਿੰਘ ਘੋੜੀ ਚੜੇ, ਜ਼ੋਰਾਵਰ ਫਤਿਹ ਸਿੰਘ ਘੋੜੀ ਚੜੇ। ਮਾਂ ਗੁਜਰੀ ਠੰਡੇ ਬੁਰਜ ਵਿੱਚ ਸ਼ਗਨ ਤੋਂ ਭਾਵ ਹੈ ਖੈਰਾਂ ਮੰਗਦੀ ਹੈ, ਖੈਰਾਂ ਮਨਾ ਰਹੀ ਹੈ ਆਪਣੇ ਬੱਚਿਆਂ ਦੀਆਂ ਕਿ ਜਾਂ ਤੇ ਇਹ ਮੁੜ ਕੇ ਆ ਜਾਣ, ਜੇ ਮੁੜ ਕੇ ਨਾ ਆਉਣ ਇਹ ਆਪਣਾ ਸਿਦਕ ਨਾ ਹਾਰਨ। ਤੇ ਫਿਰ ਸਾਧ ਸੰਗਤ ਜੀ ਸੂਬੇ ਦੀ ਕਚਹਿਰੀ ਲੱਗੀ, ਫਿਰ ਪੁੱਛਿਆ ਗਿਆ, ਕਹਿੰਦੇ ਇੱਕ ਵਾਰੀ ਤੁਸੀਂ ਆਪਣੀ ਜ਼ਬਾਨ ਤੋਂ ਨਹੀਂ ਕਹਿਣਾ, ਹਾਂ ਵਿੱਚ ਸਿਰ ਹਿਲਾ ਦਿਓ ਵੀ ਤੁਹਾਨੂੰ ਇਸਲਾਮ ਕਬੂਲ ਹੈ, ਕੱਲਾ ਸਿਰ ਹਿਲਾ ਦਿਓ ਅਸੀਂ ਮੰਨ ਲਾਂਗੇ। ਪਰ ਸਾਹਿਬਜ਼ਾਦੇ ਕਹਿੰਦੇ ਨਹੀਂ, ਉਹਨਾਂ ਨੂੰ ਡਰਾਉਣ ਵਾਸਤੇ ਕਹਿੰਦੇ ਆ, ਦੇਖ ਬੱਚਿਓ ਤੁਸੀਂ ਛੋਟੇ ਹੋ, ਗੱਲਾਂ ਤੁਸੀਂ ਵੱਡੀਆਂ ਕਰਦੇ ਹੋ, ਇੱਲਾਂ ਦਿਸਦੀਆਂ ਨਾ ਅਸਮਾਨ ਤੇ ਉੱਡੀਆਂ, ਤੁਹਾਨੂੰ ਜਦੋਂ ਕਹਿੰਦੇ ਖਤਮ ਕਰ ਦਿਆਂਗੇ, ਮਾਰ ਦਿਆਂਗੇ, ਆਕਾਸ਼ ਵਿੱਚ ਉੱਡਦੀਆਂ ਇੱਲਾਂ ਤੁਹਾਡੇ ਮਾਸ ਦੀ ਬੋਟੀ ਬੋਟੀ ਕਰਕੇ ਖਾ ਜਾਣਗੀਆਂ, ਉੱਡ ਜਾਣਗੀਆਂ। ਸਾਹਿਬਜ਼ਾਦੇ ਕਹਿੰਦੇ ਕੋਈ ਗੱਲ ਨਹੀਂ। ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਹੈ, ਜੋ ਮਿਰਤਕ ਕੋ ਬਿਸ਼ਟਾ ਮਾਹੇ ਰਲਾਈ ਤੋ ਮਿਰਤਕ ਕਾ ਕਿਆ ਘਟ ਜਾਈ। ਡੈਡ ਬੋਡੀ ਨੂੰ ਤੁਸੀਂ ਫੁੱਲਾਂ ਨਾਲ ਸ਼ਿੰਗਾਰੀ ਜਾਓ ਤੇ ਭਾਵੇਂ ਕਹਿੰਦੇ ਖਾਕ ਦੇ ਵਿੱਚ ਰੋਲ ਦਿਓ, ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਜਿਹੜਾ ਉਹਨਾਂ ਦੇ ਅੰਦਰ ਦ੍ਰਿੜ ਵਿਸ਼ਵਾਸ ਸੀ, ਉਹਨਾਂ ਦਾ ਜਿਹੜਾ ਕਰਮ ਸੀ, ਸਾਡੇ ਕੀਤੇ ਹੋਏ ਕਰਮ, ਉਹਨਾਂ ਨੂੰ ਦੁਨੀਆ ਯਾਦ ਰੱਖਦੀ ਹੈ। ਸਾਡੇ ਐਸ ਮਾਸ ਲਹੂ ਮਿੱਝ ਹੱਡੀਆਂ ਇਹ ਤੇ ਢਾਂਚਾ ਹੈ, ਸਟਰਕਚਰ ਹੈ। ਭਾਵੇਂ ਚੰਦਨ ਦੀ ਚਿਖਾ ਵਿੱਚ ਕਿਸੇ ਨੂੰ ਉਲੰਬੂ ਲਾ ਦਿਓ, ਭਾਵੇਂ ਤੁਸੀਂ ਆਮ ਲੱਕੜਾਂ ਵਿੱਚ ਲਾ ਦਿਓ, ਕੋਈ ਫਰਕ ਨਹੀਂ ਪੈਂਦਾ। ਸਾਹਿਬਜ਼ਾਦੇ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਣਾ, ਪਰ ਇੱਕ ਗੱਲ ਅਸੀਂ ਤੈਨੂੰ ਦੱਸਦੇ ਆ, ਜਿਹੜੀਆਂ ਇੱਲਾਂ ਦੀ ਤੂੰ ਗੱਲ ਕਰਦਾ ਹੈ, ਸਾਡੇ ਮਾਸ ਦੀ ਬੋਟੀ ਬੋਟੀ ਕਰਕੇ ਜਿੰਨੀ ਉਚਾਈ ਤੇ ਉੱਡਣਗੀਆਂ, ਉਹਨੇ ਉਹਨੇ ਉੱਚੇ ਨਿਸ਼ਾਨ ਸਾਹਿਬ ਝੁੱਲਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਝੁੱਲ ਰਹੇ ਆ, ਅੱਜ ਸਰਹੰਦ ਪੈਰ ਰੱਖਣ ਨੂੰ ਥਾਂ ਨਹੀਂ। ਸਾਧ ਸੰਗਤ ਜੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਨ ਵਾਸਤੇ ਕਿੰਨੇ ਲੰਗਰ ਤੇ ਕਿੰਨੀਆਂ ਲੈਣਾ ਲੱਗੀਆਂ ਹੋਈਆਂ। ਬਸ ਫਿਰ ਜਦ ਕੋਈ ਗੱਲ ਨਾ ਮੰਨੀ, ਵਜੀਦੇ ਨੇ ਆਖਿਆ, ਕਚਹਿਰੀ ਵਿੱਚ ਉੱਠ ਕੇ ਚਲਿਆ ਗਿਆ, ਕਾਜ਼ੀਆਂ ਨੂੰ ਕਹਿਤਾ ਵੀ ਜਿਹੜੀ ਕੱਲ ਫਤਵਾ ਜਾਰੀ ਕੀਤਾ ਸੀ, ਕਹਿੰਦੇ ਉਹ ਸਜ਼ਾ ਪੂਰੀ ਕਰ ਦਿਓ। ਨੀਹਾਂ ਵਿੱਚ ਖੜਾਇਆ, ਕੰਧ ਉਸਰਨ ਲੱਗ ਪਈ, ਕੰਧ ਉਸਰਦੀ ਜਾਂਦੀ ਹੈ। ਵਾਰ-ਵਾਰ ਪੁੱਛਦੇ ਜਾਂਦੇ ਆ, ਵਾਰ-ਵਾਰ ਪੁੱਛਦੇ ਆ, ਵਾਰ-ਵਾਰ ਇੱਟਾਂ ਵੀ ਲਾਉਂਦੇ ਆ, ਜਲਾਦਾਂ ਦੀਆਂ ਇੱਟਾਂ ਲਾਉਂਦੇ ਆ, ਹੱਥ ਕੰਬ ਰਹੇ ਆ। ਅੰਦਰ ਜ਼ਮੀਰ ਤਾਂ ਆਵਾਜ਼ ਦਿੰਦੀ ਆ ਨਾ, ਭਾਵੇਂ ਬੰਦਾ ਪਾਪੀ ਹੋਈ ਹੋਵੇ, ਪਰ ਜ਼ਮੀਰ ਦੀ ਆਵਾਜ਼ ਜਿਹੜਾ ਸੁਣ ਲੈਂਦਾ ਉਹ ਪਾਪ ਤੋਂ ਬਚ ਜਾਂਦਾ, ਜਿਹੜਾ ਉਹਨੂੰ ਇਗਨੋਰ ਕਰ ਦਿੰਦਾ ਉਹ ਪਾਪਾਂ ਥੱਲੇ ਦੱਬਿਆ ਜਾਂਦਾ ਹੈ। ਬਾਕੀ ਹੁਕਮ ਦੇ ਬੱਧੇ ਸੀ, ਇੱਟਾਂ ਚਿਣੀ ਗਏ। ਸਾਹਿਬਜ਼ਾਦਿਆਂ ਦੇ ਛਾਤੀ ਤਾਈਂ ਨੀ ਆ ਗਈ, ਜਦੋਂ ਦਮ ਘੁੱਟਣ ਲੱਗ ਪਿਆ, ਛਾਤੀ ਤੇ ਭਾਰ ਪੈਣ ਲੱਗ ਪਿਆ, ਬੇਹੋਸ਼ ਹੋ ਗਏ। ਤੇ ਬੇਹੋਸ਼ੀ ਦੀ ਹਾਲਤ ਵਿੱਚ ਜਦ ਤੱਕ ਖੜੇ ਰਹੇ, ਕੰਧ ਵੀ ਖੜੀ ਰਹੀ, ਕੰਧ ਗਿੱਲੀ ਸੀ। ਜਦੋਂ ਬੇਹੋਸ਼ ਹੋਣ ਕਰਕੇ ਉਹ ਡਿੱਗ ਪਏ ਤੇ ਕੰਧ ਵੀ ਡਿੱਗ ਪਈ।
ਬੇਹੋਸ਼ ਇੱਟਾਂ ਦੇ ਵਿੱਚ ਡਿੱਗੇ ਪਏ ਆ, ਹੇਠਾਂ ਵੀ ਇੱਟਾਂ ਉੱਪਰ ਵੀ ਇੱਟਾਂ। ਕਾਜੀ ਨੇ ਜਾ ਦੱਸਿਆ, ਕਹਿੰਦੇ ਜੀ ਉਹ ਬੇਹੋਸ਼ ਹੋ ਗਏ ਆ, ਜਿਹੜਾ ਫਤਵਾ ਜਾਰੀ ਕੀਤਾ ਸੀ ਉਹ ਵੀ ਪੂਰਾ ਹੋ ਗਿਆ, ਹੁਣ ਕੀ ਕਰੀਏ? ਕਹਿੰਦੇ ਥੋੜਾ ਜਿਹਾ ਹੋਸ਼ ਵਿੱਚ ਲਿਆ ਕੇ ਇੱਕ ਵਾਰੀ ਪੁੱਛੋ ਇਸਲਾਮ ਕਬੂਲ ਕਰਦੇ ਹੋ? ਜੇ ਕਹਿੰਦੇ ਹੁਣ ਵੀ ਸਿਰ ਹਿਲਾ ਦੇਣਗੇ, ਅੱਖਾਂ ਹੀ ਹਿਲਾ ਦੇਣ ਥੋੜੀਆਂ ਜੀਆਂ, ਇਹਨਾਂ ਦਾ ਇਲਾਜ ਕਰਵਾ ਲਾਂਗੇ, ਇਹਨਾਂ ਨੂੰ ਬਚਾ ਲਾਂਗੇ। ਕਹਿੰਦੇ ਜੇ ਨਾ ਮੰਨੇ ਫਿਰ ਕਹਿੰਦੇ ਇਹਨਾਂ ਨੂੰ ਖਤਮ ਕਰ ਦਿਓ, ਕਤਲ ਕਰ ਦਿਓ। ਤਿੱਖੇ ਛੁਰੇ ਲੈ ਕੇ ਜਲਾਦ, ਵੱਡੇ ਵੱਡੇ ਜਲਾਦ ਭਾਰੇ ਸਰੀਰਾਂ ਵਾਲੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਉਹਨਾਂ ਨੂੰ ਅੱਖਾਂ ਖੁਲਵਾ ਕੇ ਪੁੱਛਦੇ ਆ ਵੀ ਇਸਲਾਮ ਕਬੂਲ ਹੈ? ਨਹੀਂ ਆ ਛੁਰੇ ਆ, ਤੁਹਾਨੂੰ ਮਾਰ ਦਿਆਂਗੇ। ਮੌਤ ਨੂੰ ਇੰਨੀ ਨੇੜੇ ਦੇਖ ਕੇ ਵੀ ਉਹ ਘਬਰਾਏ ਨਹੀਂ, ਉਹਨਾਂ ਨੇ ਹਾਂ ਨਾ ਕੀਤੀ ਤਾਂ ਉਹਨਾਂ ਪਾਪੀਆਂ ਨੇ ਉਹਨਾਂ ਛੁਰਿਆਂ ਦੇ ਨਾਲ ਉਹਨਾਂ ਦੀਆਂ ਸਾਹ ਰਗਾਂ ਕੱਟ ਕੇ ਸਾਹਿਬਜ਼ਾਦਿਆਂ ਨੂੰ ਕਤਲ ਕਰ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦਾਦੇ ਦੀ ਗੋਦ ਵਿੱਚ ਚਲੇ ਗਏ। ਬਾਬਾ ਮੋਤੀ ਰਾਮ ਮਹਿਰਾ ਦੁੱਧ ਲੈ ਕੇ ਸ਼ਾਮ ਤਾਈਂ ਪਹੁੰਚਿਆ। 13 ਪੋਹ ਦਾਦੀ ਮਾਂ ਅੱਜ ਉਡੀਕਦੀ ਹੈ, ਦਾਦੀ ਮਾਂ ਉਡੀਕ ਰਹੀ ਹੈ। ਜਦੋਂ ਮੋਤੀ ਰਾਮ ਮਹਿਰਾ ਵੀ ਆ ਗਿਆ, ਪੋਤਰੇ ਨਾ ਆਏ ਤੇ ਦਾਦੀ ਮਾਂ ਮਾਤਾ ਗੁਜਰੀ ਪੁੱਛਦੀ ਹੈ ਕਿ ਮੇਰੇ ਬੱਚੇ, ਮੇਰੇ ਲਾਲ ਨਹੀਂ ਆਏ? ਦੱਸ ਵੇ ਪੁੱਤਰ ਮੋਤੀਆ, ਤੂੰ ਦੱਸ ਉਹਨਾਂ ਨਾਲ ਕੀ ਬੀਤੀ ਹੈ, ਕੀ ਕੁਛ ਹੋਇਆ ਅੱਜ ਕਚਹਿਰੀ ਵਿੱਚ? ਅੱਜ ਮੈਨੂੰ ਕੁਛ ਚੰਗਾ ਨਹੀਂ ਲੱਗ ਰਿਹਾ। ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਦੱਸਣ ਦਾ ਯਤਨ ਕਰਦਾ, ਪਰ ਭੁੱਬਾ ਮਾਰ ਕੇ ਰੋਣ ਲੱਗ ਪਿਆ। ਉਹਨੇ ਆਖਿਆ, ਮਾਂ ਤੇਰੇ ਲਾਲਾ ਨੂੰ ਪਾਪੀਆਂ ਨੇ ਨੀਹਾਂ ਵਿੱਚ ਜਣ ਕੇ ਸ਼ਹੀਦ ਕਰ ਦਿੱਤਾ। ਕਿਵੇਂ ਦੱਸਿਆ? ਉਹ ਤਾਂ ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਝੁਕੇ ਨਹੀਂ ਵਜਦੇ ਅੱਗੇ ਅੰਮੀਏ, ਤੇਰੇ ਲਾਲਾ ਨੂੰ ਸੀ ਅਣਖਾਂ ਪਿਆਰੀਆਂ। ਜਿਨ੍ਹਾਂ ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਜਿਨ੍ਹਾਂ ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਜਿਨ੍ਹਾਂ ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਲਾਲਾ ਨੂੰ ਤੂੰ ਅੰਮੀ ਐ ਉਡੀਕਦੀ, ਉਹ ਤਾਂ ਵਤਨਾਂ ਨੂੰ ਮਾਰ ਗਏ ਉਡਾਰੀਆਂ। ਜਿਸ ਸਰਹੰਦ ਨੂੰ ਸੂਬੇਦਾਰ ਕਹਿੰਦਾ ਸੀ ਕਿ ਮੈਂ ਇਸ ਸਰਹੰਦ ਦਾ ਮਾਲਕ ਹਾਂ, ਉਹਦੀ ਮਾਲਕੀ ਐਸੀ ਖੋਈ। ਸਮਾਂ ਆਇਆ ਉਸੇ ਵਜੀਦੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਲਦਾਂ ਦੇ ਮਗਰ ਪਾ ਕੇ ਘੜੀਸਿਆ, ਉਹਨੂੰ ਉੱਥੇ ਸਜ਼ਾ ਦਿੱਤੀ। ਤੇ ਉਸ ਸਰਹੰਦ ਦਾ ਮਾਲਕ, ਉਸ ਜਿੱਥੇ ਗੁਰਦੁਆਰਾ ਜੋਤੀ ਸਰੂਪ ਹੈ, ਉੱਥੇ ਅੱਜ ਦੁਨੀਆ ਜਾ ਜਾ ਕੇ ਸਿਜਦਾ ਕਰਦੀ ਹੈ। ਸਰਹੰਦ ਦੀ ਦੀਵਾਰ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਸ ਵੇਲੇ ਬੜਾ ਵੱਡਾ ਪਾਪ ਹੋਇਆ। ਦੋ ਕਲੈਣਾ ਬੜੀਆਂ ਸੋਹਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਮੈਂ ਖੂਨੀ ਸਰਹੰਦ ਵੇ ਲੋਕੋ, ਮੈਂ ਖੂਨੀ ਸਰਹੰਦ, ਮੈਂ ਖੂਨੀ ਸਰਹੰਦ ਵੇ ਲੋਕੋ, ਮੈਂ ਖੂਨੀ ਸਰਹੰਦ।
ਤਾਂ ਮੈਂ ਸੀਨੇ ਵਿੱਚ ਸਾਂਭੇ, ਉਂਝ ਤਾਂ ਮੈਂ ਸੀਨੇ ਵਿੱਚ ਸਾਂਭੇ ਦੋ ਗੁਜਰੀ ਦੇ ਚੰਦ ਵੇ ਲੋਕੋ। ਮੈਂ ਖੂਨੀ ਸਰਹੰਦ, ਮੈਂ ਖੂਨੀ ਸਰਹੰਦ ਵੇ ਲੋਕੋ। ਮੈਂ ਖੂਨੀ ਸਰਹੰਦ, ਮੈਂ ਖੂਨੀ ਸਰਹੰਦ ਵੇ ਲੋਕੋ। ਮੈਂ ਖੂਨੀ ਸਰਹੰਦ, ਮੈਂ ਖੂਨੀ ਸਰਹੰਦ ਵੇ ਲੋਕੋ। ਮੈਂ ਖੂਨੀ ਸਰਹੰਦ। ਸੂਬੇਦਾਰ ਵਜੀਦ ਖਾਨ ਦੀ ਮੈਂ ਸਿਰਾਜ ਦੁਲਾਰੀ, ਦੋ ਬੱਚਿਆਂ ਦੀਆਂ ਜਾਨਾਂ ਲੈ ਕੇ ਮੈਂ ਬਣ ਗਈ ਹਥਿਆਰੀ। ਦੋ ਬੱਚਿਆਂ ਦੀਆਂ ਜਾਨਾਂ ਲੈ ਕੇ ਮੈਂ ਬਣ ਗਈ ਹਥਿਆਰੀ। ਕਾਸਦ ਕਿੰਜ ਬਿਆਨ ਕਰਾਂ ਮੈਂ ਇਹ ਖੂਨੀ ਪ੍ਰਸੰਗ ਵੇ ਲੋਕੋ। ਮੈਂ ਖੂਨੀ ਸਰਹੰਦ, ਮੈਂ ਖੂਨੀ ਸਰਹੰਦ 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 ਵੇ ਲੋਕੋ। ਮੈਂ ਖੂਨੀ ਸਰਹੰਦ। ਅੱਜ ਉਹ ਮਾਂ ਦੀ ਗੱਲ ਕਰੀਏ, ਉਹ ਮਾਂ ਵਰਗੀ ਕੋਈ ਮਾਂ ਨਹੀਂ। ਤਨ ਮਾਤਾ ਗੁਜਰੀ ਸੀ, ਉਹਦੀ ਬੁਕਲ ਤੋਂ ਵੱਧ ਕੋਈ ਛਾਂ ਨਹੀਂ। ਤੈਨੂੰ ਲਾਲਾਂ ਤੋਂ ਵੱਧ ਕੇ, ਤੈਨੂੰ ਲਾਲਾਂ ਤੋਂ ਵੱਧ ਕੇ ਨਾ ਕੋਈ ਚੀਜ਼ ਪਿਆਰੀ ਸੀ। ਪਰ ਤੇਰੇ ਪਿਆਰੇ ਪੋਤਿਆਂ ਨੂੰ ਮਾਏ ਸਿੱਖੀ ਪਿਆਰੀ ਸੀ। ਤੇਰੇ ਪਿਆਰੇ ਲਾਲਾ ਨੂੰ ਨੀ ਮਾਂ ਸਿੱਖੀ ਪਿਆਰੀ ਸੀ। ਤੇਰੇ ਪਿਆਰੇ ਲਾਲਾ ਨੂੰ ਮਾਏ ਸਿੱਖੀ ਪਿਆਰੀ ਸੀ। ਤੇਰੇ ਪਿਆਰੇ ਲਾਲਾ ਨੂੰ ਨੀ ਮਾਂ ਸਿੱਖੀ ਪਿਆਰੀ ਸੀ। ਪਿਆਰੇ ਲਾਲਾ ਨੂੰ ਨੀ ਮਾਂ ਸਿੱਖੀ ਪਿਆਰੀ ਸੀ। ਪਿਆਰੇ ਲਾਲਾ ਨੂੰ ਨੀ ਮਾਂ ਸਿੱਖੀ ਪਿਆਰੀ ਸੀ। ਸੋ ਉਸ ਧੰਨ ਮਾਤਾ ਗੁਜਰੀ ਨੇ ਜਦ ਸੁਣਿਆ ਆਪਣੇ ਪੋਤਿਆਂ ਬਾਰੇ, ਇਹ ਸੁਣਨਾ ਬੜਾ ਔਖਾ ਸੀ ਦਾਦੀ ਵਾਸਤੇ। ਉਸੇ ਠੰਡੇ ਬੁਰਜ ਵਿੱਚ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਮਾਂ ਕਹਿੰਦੀ ਹੈ ਕਿ ਜਦੋਂ ਮੇਰਾ ਪਰਿਵਾਰ ਮੇਰੀਆਂ ਅੱਖਾਂ ਸਾਹਮਣੇ ਨਹੀਂ, ਦੋ ਮੇਰੇ ਲਾਲ ਦੇ ਲਾਲ ਮੇਰੇ ਜਿਗਰ ਦੇ ਟੋਟੇ ਸਨ, ਜਦੋਂ ਉਹ ਨਹੀਂ ਰਹੇ ਤੇ ਮੈਂ ਵੀ ਹੁਣ ਜਿਉਂ ਕਿ ਕੀ ਕਰਨਾ ਹੈ। ਟੋਡਰ ਮੱਲ ਸੇਠ ਨੂੰ ਪਤਾ ਲੱਗ ਗਿਆ ਸੀ। ਉਸ ਦਿਨ ਪਤਾ ਲੱਗਿਆ ਜਦੋਂ ਉਹ ਭੱਜ ਕੇ ਕਾਹਲੀ ਨਾਲ ਪਹੁੰਚਿਆ ਸੀ ਸੂਬੇਦਾਰ ਦੇ ਕੋਲ। ਉਹਨੇ ਆ ਕੇ ਤਰਲਾ ਕੀਤਾ, ਕਹਿੰਦਾ ਵੀ ਜਿੰਨਾ ਪੈਸਾ ਮਾਇਆ ਜੋ ਕੁਝ ਲੈਣਾ ਉਹ ਮੈਂ ਤੁਹਾਨੂੰ ਦੇ ਦਿੰਦਾ, ਤੁਸੀਂ ਇਹਨਾਂ ਬੱਚਿਆਂ ਨੂੰ ਛੱਡ ਦਿਓ। ਕਾਜੀ ਕਹਿੰਦਾ ਵੀ ਤੂੰ ਪਹਿਲਾਂ ਆਉਣਾ, ਹੁਣ ਤੇ ਕਹਿੰਦੇ ਉਹਨਾਂ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ, ਖਤਮ ਹੋ ਗਏ। ਸੇਠ ਟੋਡਰ ਮੱਲ ਸੋਚਦਾ ਹੈ ਜੇ ਕਿਤੇ ਮੈਂ ਪਹਿਲਾਂ ਆ ਜਾਂਦਾ, ਪਰ ਚਲੋ ਨਹੀਂ ਹੋ ਸਕਿਆ, ਸੰਸਕਾਰ ਕਰਨੇ ਚਾਹੁੰਦਾ। ਸੂਬੇਦਾਰ ਦਾ ਮਤਲਬ ਇਹ ਹੈ ਵੀ ਸੂਬੇ ਦਾ ਮਾਲਕ। ਉਹ ਕਹਿੰਦਾ ਮੈਂ ਮਾਲਕ ਹਾਂ, ਮੈਥੋਂ ਪੁੱਛੇ ਬਿਨਾ ਸੰਸਕਾਰ ਨਹੀਂ ਕਰ ਸਕਦੇ। ਉਹ ਕਹਿੰਦਾ ਮੈਂ ਪੁੱਛ ਰਿਹਾ, ਤੁਸੀਂ ਮੈਨੂੰ ਦਿਓ ਆਗਿਆ।
ਕਹਿੰਦਾ ਜਿੱਥੇ ਸੰਸਕਾਰ ਕਰਨਾ ਉਹ ਜਗ੍ਹਾ ਮੁੱਲ ਖਰੀਦਣੀ ਪਵੇਗੀ। ਜਗ੍ਹਾ ਮੁੱਲ ਖਰੀਦੀ, ਰੇਟ ਕੀ ਤੈਅ ਹੋਇਆ। ਅੱਜ ਪੜ੍ਹੇ ਲਿਖੇ ਤੁਸੀਂ ਬੈਠੇ ਹੋ, ਸਰਚ ਕਰੋ ਤੁਸੀਂ ਗੂਗਲ ਤੇ, ਅੱਜ ਤੱਕ ਦੁਨੀਆ ਦੇ ਵਿੱਚ ਅੱਜ ਤੱਕ ਜੇ ਕੋਈ ਮਹਿੰਗੀ ਜਗ੍ਹਾ ਵਿਕੀ ਹੈ ਉਹ ਪੰਜਾਬ ਦੀ ਧਰਤੀ ਸਰਹੰਦ ਵਿੱਚ। ਇੰਨੀ ਮਹਿੰਗੀ ਜਗ੍ਹਾ ਨਾ ਤੇ ਕਿਸੇ ਨੇ ਵੇਚੀ ਹੈ ਤੇ ਨਾ ਹੀ ਕੋਈ ਖਰੀਦ ਸਕਿਆ। ਸੇਠ ਟੋਡਰ ਮੱਲ ਨੇ ਆਖਿਆ ਜਿੰਨੀ ਮਾਇਆ ਮੰਗਦੇ ਹੋ ਮੈਂ ਦੇਵਾਂ। ਮੋਹਰਾਂ ਹੁੰਦੀਆਂ ਸੀ ਉਹਦੇ ਸੋਨੇ ਦੀਆਂ। ਉਹ ਬੇਈਮਾਨ ਨੂੰ ਪਤਾ ਸੀ ਵਜੀਦੇ ਨੂੰ ਵੀ ਇਹ ਬੜਾ ਧਨਾੜ ਬੰਦਾ ਹੈ, ਬੜਾ ਅਮੀਰ ਬੰਦਾ ਹੈ, ਇਹ ਤੋਂ ਮੌਕਾ ਹੈ ਹੁਣ ਸਾਰੀ ਮਾਇਆ ਲੈ ਲਓ। ਉਹ ਕਹਿੰਦਾ ਵੀ ਮੈਂ ਜਿੰਨੀ ਜਗ੍ਹਾ ਚਾਹੀਦੀ ਹੈ ਨਾ ਉਹ ਜਗ੍ਹਾ ਮਿਣ ਕੇ ਤੇ ਓਨੀ ਜਗ੍ਹਾ ਦੇ ਵਿੱਚ ਸੋਨੇ ਦੀਆਂ ਮੋਹਰਾਂ ਧਰਤੀ ਦੇ ਵਿਛਾ ਦਿਓ। ਸੇਠ ਟੋਡਰ ਮੱਲ ਕਹਿੰਦਾ ਵੀ ਮੈਨੂੰ ਮਨਜ਼ੂਰ ਹੈ। ਧਰਤੀ ਤੇ ਵਿਛਾਉਣ ਲੱਗ ਪਏ। ਥੋੜੀਆਂ ਜਿਹੀਆਂ ਵਿਛਾਈਆਂ, ਜਿਵੇਂ ਗੰਗੂ ਸੋਨੇ ਦੀਆਂ ਮੋਹਰਾਂ ਤੇ ਬੇਈਮਾਨ ਹੋਇਆ ਸੀ ਨਾ, ਉਵੇਂ ਵਜੀਦਾ ਵੀ ਬੇਈਮਾਨ ਹੋ ਰਿਹਾ, ਇਹ ਮੁੱਕਰ ਗਿਆ। ਕਹਿੰਦਾ ਇਸ ਤਰ੍ਹਾਂ ਧਰਤੀ ਤੇ ਵਿਛਾ ਕੇ ਨਹੀਂ, ਮੈਂ ਤੇ ਟੇਢੀਆਂ ਖੜੀਆਂ ਕਰਕੇ ਜਿੰਨੀ ਥਾਂ ਦੇ ਵਿੱਚ ਟੇਢੀਆਂ ਖੜੀਆਂ ਤੁਸੀਂ ਵਿਛਾ ਦੋਗੇ ਨਾ, ਕਹਿੰਦੇ ਓਨੀ ਜਗ੍ਹਾ ਤੁਹਾਨੂੰ ਮਿਲ ਸਕਦੀ ਹੈ। ਫਿਰ ਉਹ ਜਗ੍ਹਾ ਮੁੱਲ ਖਰੀਦੀ ਤੇ ਉੱਥੇ ਜਿਹੜੀਆਂ ਮੋਹਰਾਂ ਵਿਛਾਈਆਂ ਗਈਆਂ 78000 ਮੋਹਰਾਂ ਦੀ ਗਿਣਤੀ ਸੀ। 78000 ਮੋਹਰਾਂ ਤੇ ਬਾਜ਼ਾਰੂ ਕੀਮਤ ਉਸ ਸੋਨੇ ਦੀ ਲਾਈਏ ਤੇ ਕਹਿੰਦੇ 2 ਅਰਬ ਤੇ 50 ਕਰੋੜ ਮਤਲਬ 2.5 ਅਰਬ ਉਹਦੀ ਕੀਮਤ ਬਣਦੀ ਹੈ ਥੋੜੀ ਜੀ ਜਗ੍ਹਾ ਦੀ। 2.5 ਅਰਬ ਇੰਨੀ ਮਹਿੰਗੀ, ਇੰਨਾ ਵੱਡਾ ਮੁੱਲ ਤਾਰ ਕੇ 4 ਬੰਦੇ ਵੀ ਦਿਹਾੜੀ ਤੇ ਮਜ਼ਦੂਰ ਮੁੱਲ ਲਏ ਸੇਠ ਟੋਡਰ ਮੱਲ ਨੇ, ਜਿਨ੍ਹਾਂ 4 ਨੇ ਮਾਂ ਗੁਜਰੀ ਦਾ ਸਰੀਰ ਚੁੱਕਿਆ ਤੇ ਸੇਠ ਟੋਡਰ ਮੱਲ ਨੇ ਜੋਰਾਵਰ ਸਿੰਘ ਜੀ ਉਹਨਾਂ ਨੂੰ ਚੁੱਕਿਆ, ਆਪਣੀ ਗੋਦੀ ਲਾਇਆ। ਤਾਂ ਜਿਹੜੀ ਉਹਦੇ ਘਰ ਵਾਲੀ ਸੀ ਉਹ ਵੀ ਧਨ ਸੀ, ਉਹਨੇ ਬਾਬਾ ਫਤਿਹ ਸਿੰਘ ਨੂੰ ਚੁੱਕਿਆ। ਫਿਰ ਉਹਨਾਂ ਦਾ ਸੰਸਕਾਰ ਹੋਇਆ। ਸੰਸਕਾਰ ਹੋ ਗਿਆ ਤੇ ਮਗਰੋਂ ਪਤਾ ਲੱਗਿਆ ਵਜੀਦੇ ਨੂੰ, ਕਹਿੰਦੇ ਮੈਂ ਹੈਰਾਨ ਹੈ ਵੀ ਇਹ 3 ਦਿਨ ਭੁੱਖੇ ਪਿਆਸੇ ਸਰਦੀ ਵਿੱਚ ਠੰਡ ਵਿੱਚ ਜਿਉਂਦੇ ਕਿਵੇਂ ਰਹੇ ਆ। ਤਾਂ ਕਿਸੇ ਨੇ ਚੁਗਲੀ ਕੀਤੀ, ਖਬਰ ਦਿੱਤੀ, ਕਹਿੰਦੇ ਜਿਹੜਾ ਮੋਤੀ ਰਾਮ ਰਹਿੰਦਾ ਨਾ ਸ਼ਹਿਰ ਵਿੱਚ, ਉਹਨੇ ਕਹਿੰਦੇ ਦੁੱਧ ਛਕਾਇਆ, ਉਹ ਦੁੱਧ ਪਿਆਉਂਦਾ ਰਿਹਾ, ਉਹਨੂੰ ਵੀ ਬੁਲਾ ਲਿਆ। ਕਹਿੰਦੇ ਤੂੰ ਗੁਨਾਹ ਕੀਤਾ, ਦੁੱਧ ਪਿਆਇਆ। ਉਹਨੇ ਆਖਿਆ ਵੀ ਦੁੱਧ ਪਿਲਾਉਣਾ ਤੇ ਕਾਹਦਾ ਗੁਨਾਹ। ਕਹਿੰਦੇ ਨਹੀਂ, ਸਾਡੀਆਂ ਨਜ਼ਰਾਂ ਵਿੱਚ ਤੂੰ ਗੁਨਾਹ ਕੀਤਾ ਹੈ, ਅਸੀਂ ਰੋਟੀ ਪਾਣੀ ਬੰਦ ਕੀਤਾ ਸੀ। ਕਹਿੰਦੇ ਜੀ ਫਿਰ ਜੇ ਤੁਸੀਂ ਗੁਨਾਹ ਸਮਝਦੇ ਹੋ ਤੇ ਗੁਨਾਹ ਸਮਝ ਲਓ, ਪਰ ਮੈਂ ਤੇ ਸੇਵਾ ਕੀਤੀ ਹੈ। ਕਹਿੰਦੇ ਤੈਨੂੰ ਸਜ਼ਾ ਮਿਲੇਗੀ, ਜਾਨੋਂ ਮਾਰ ਦੇਵਾਂਗੇ। ਕਹਿੰਦੇ ਮਾਰ ਦਿਓ। ਕਹਿੰਦੇ ਤੁਹਾਨੂੰ ਅਸੀਂ ਬਖਸ਼ ਦੇਵਾਂਗੇ ਜੇ ਤੁਸੀਂ ਸਾਰੇ ਪਰਿਵਾਰ ਸਮੇਤ ਇਸਲਾਮ ਕਬੂਲ ਕਰ ਲਓ। ਬਾਬਾ ਮੋਤੀ ਰਾਮ ਮਹਿਰਾ ਉਹਨਾਂ ਦੀ ਇਸ ਹਾਸੋਹੀਣੀ ਗੱਲ ਤੇ ਹੱਸ ਪਿਆ ਕਿ ਤੁਹਾਨੂੰ ਪਤਾ ਨਹੀਂ ਲੱਗਦਾ, ਸੰਗ ਨਹੀਂ ਆਉਂਦੀ ਕਿ ਤੁਸੀਂ ਜਿਸ ਸਾਹਿਬਜ਼ਾਦਿਆਂ ਤੇ ਮਾਂ ਨੂੰ ਮੁਸਲਮਾਨ ਬਣਾਉਣ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਤੇ ਮੈਂ ਉਹਨਾਂ ਦੀ ਸੇਵਾ ਕੀਤੀ। ਹੁਣ ਜੇ ਮੈਨੂੰ ਮੌਤ ਦਾ ਇੰਨੇ ਡਰ ਹੁੰਦਾ ਤੇ ਮੈਂ ਦੁੱਧ ਪਿਲਾਉਣ ਕਿਉਂ ਜਾਂਦਾ? ਤੁਸੀਂ ਮੈਨੂੰ ਡਰਾ ਰਹੇ ਹੋ। ਫਿਰ ਇਸ ਮੋਤੀ ਰਾਮ ਦੇ ਪਰਿਵਾਰ ਨੂੰ ਲਿਆ ਕੇ ਨਾ, ਸਭ ਤੋਂ ਪਹਿਲਾਂ ਕਹਿੰਦੇ ਜਿਹੜੀ ਤੇਰੀ ਮਾਤਾ ਹੈ ਨਾ ਬਜ਼ੁਰਗ, ਕੋਲੂ ਲਿਆਂਦਾ ਗਿਆ ਜਿਹਦੇ ਵਿੱਚ ਤੇਲ ਨਿਕਲਦਾ, ਸਰੋਂ ਦਾ ਤੇਲ। ਉਸ ਕੋਲੂ ਦੇ ਵਿੱਚ ਉਸ ਮਾਂ ਨੂੰ ਪੀੜਿਆ ਗਿਆ, ਬਾਬਾ ਮੋਤੀ ਰਾਮ ਮਹਿਰੇ ਦੀ ਮਾਂ ਨੂੰ ਪੀੜਿਆ ਗਿਆ। ਫਿਰ ਪੁੱਛਦੇ ਆ ਵੀ ਦੱਸ ਆਹ ਹਸ਼ਰ ਹੋਊਗਾ ਤੇਰੇ ਪਰਿਵਾਰ ਦਾ, ਤੇਰੇ ਬੱਚਿਆਂ ਦਾ, ਮੰਨਦਾ? ਬਾਬਾ ਮੋਤੀ ਰਾਮ ਮਹਿਰਾ ਕਹਿੰਦੇ ਨਹੀਂ।
ਮੇਰੀ ਮਾਂ, ਸਾਡਾ ਤਾਂ ਜੀਵਨ ਸਫਲਾ ਹੋ ਗਿਆ। ਜਿੱਥੇ ਮਾਂ ਗੁਜ਼ਰੀ ਗਈ ਹੈ ਉੱਥੇ ਮੇਰੀ ਮਾਂ ਚਲੀ ਗਈ ਹੈ, ਉਹਦੇ ਚਰਨਾਂ 'ਚ ਪਹੁੰਚ ਗਈ ਹੈ। ਤੁਸੀਂ ਆਪਣਾ ਕਰ ਲਓ ਜੋ ਕੁਝ ਕਰਨਾ। ਫਿਰ ਬਾਬਾ ਮੋਤੀ ਰਾਮ ਦੇ ਘਰ ਵਾਲੀ ਨੂੰ ਅੱਖਾਂ ਦੇ ਸਾਹਮਣੇ ਕੋਲੇ ਵਿੱਚ ਪੀੜਿਆ ਗਿਆ। ਫਿਰ ਪੁੱਛਦੇ ਆ, ਫਿਰ ਬੱਚਿਆਂ ਨੂੰ ਕੋਲੂ ਵਿੱਚ ਪੀੜਿਆ ਗਿਆ। ਬਾਬਾ ਮੋਤੀ ਰਾਮ ਕੱਲਾ ਰਹਿ ਗਿਆ। ਕਹਿੰਦੇ ਹੁਣ ਇਸਲਾਮ ਕਬੂਲ ਕਰ ਲੈ, ਨਹੀਂ ਤੈਨੂੰ ਵੀ ਮਾਰ ਦਿਆਂਗੇ। ਬਾਬਾ ਮੋਤੀ ਰਾਮ ਕਹਿੰਦਾ ਕਿ ਸਾਰੇ ਪਰਿਵਾਰ ਨੂੰ ਖਤਮ ਕਰਕੇ ਤੇ ਤੁਸੀਂ ਮੈਨੂੰ ਪੁੱਛਦੇ ਹੋ ਇਸਲਾਮ ਕਬੂਲ ਕਰ ਲੈ, ਮੈਂ ਜਿਉਂ ਕੇ ਕੀ ਕਰਨਾ ਹੈ। ਫਿਰ ਉਹਨੂੰ ਵੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ। ਇੱਥੇ ਹੀ ਬਸ ਨਹੀਂ। ਫਿਰ ਵਜੀਦਾ ਕਹਿੰਦਾ ਕਿ ਜਿਹੜੀ ਮਾਇਆ ਗੰਗੂ ਦੇ ਘਰ ਵਿੱਚ ਮਾਂ ਗੁਜਰੀ ਦੇ ਕੋਲ ਸੀ, ਕਹਿੰਦੇ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਤੀ। ਕਹਿੰਦੇ ਨਹੀਂ ਕਰਾਈ। ਕਹਿੰਦੇ ਸੱਦੋ ਗੰਗੂ ਨੂੰ। ਗੰਗੂ ਨੂੰ ਬੁਲਾਇਆ। ਕਹਿੰਦੇ ਦੱਸ ਸੋਨੇ ਦੀਆਂ ਮੋਹਰਾਂ ਕਿੱਥੇ ਆ ਜਿਹੜੀ ਮਾਂ ਗੁਜਰੀ ਕੋਲੇ ਥੈਲੀ ਸੀ। ਪਹਿਲਾਂ ਤੇ ਨਾ ਨੌਕਰ ਜੀ ਕਰਦਾ, ਮਗਰੋਂ ਕਹਿੰਦਾ ਜੀ ਉਹ ਤੇ ਮੈਂ ਆਪਣੇ ਘਰ ਵਿੱਚ ਦੱਬਤੀ ਸੀ। ਕਹਿੰਦੇ ਲਿਆ। ਬੰਦੇ ਭੇਜੇ ਨਾਲ। ਉਹ ਐਸੀ ਰੱਬ ਦੀ ਕਰਨੀ, ਜਿੱਥੇ ਉਹਨੇ ਦੱਬੀ ਸੀ ਉੱਥੋਂ ਨਿਕਲੀ ਨਾ, ਪਤਾ ਹੀ ਨਹੀਂ ਕਿੱਥੇ ਚਲੀ ਗਈ। ਇਹ ਤੇ ਪ੍ਰਮਾਤਮਾ ਜਾਣਦਾ ਹੈ। ਉਹਨੂੰ ਨਹੀਂ ਮਿਲੀ। ਉਹ ਕਹਿੰਦਾ ਜੀ ਮੈਂ ਤੇ ਇੱਥੇ ਰੱਖੀ ਸੀ, ਮੈਥੋਂ ਸਹੁੰ ਪਵਾ ਲਓ। ਆ ਕੇ ਵਜੀਦੇ ਨੂੰ ਦੱਸਿਆ। ਵਜੀਦਾ ਕਹਿੰਦਾ ਵੀ ਜੇ ਇਹ ਆਨੰਦਪੁਰ ਜਾਂਦਾ ਸੀ, ਇਹ ਗੁਰੂ ਮੰਨਦਾ ਸੀ ਗੁਰੂ ਗੋਬਿੰਦ ਸਿੰਘ ਨੂੰ। ਜੇ ਆਪਣੇ ਗੁਰੂ ਦੀ ਮਾਂ ਕੋਲੋਂ ਇਹ ਮਾਇਆ ਵੇਖ ਕੇ ਬੇਈਮਾਨ ਹੋ ਸਕਦਾ ਹੈ, ਤੇ ਆਪਣੇ ਇਧਰਲੇ ਵਾਲੇ ਪਾਸੋਂ ਵੀ ਇਹ ਬੇਈਮਾਨ ਹੀ ਆ। ਫਿਰ ਇਹ ਜਾਣ ਕੇ ਇਹ ਚੋਰ ਹੈ, ਆਪਣਾ ਸਰਕਾਰ ਦਾ ਚੋਰ ਹੈ। ਕਹਿੰਦੇ ਇਹਨੂੰ ਜੇਲ੍ਹ ਵਿੱਚ ਸੁੱਟ ਦਿਓ। ਜੇਲ੍ਹ ਵਿੱਚ ਸੁੱਟ ਦਿੱਤਾ ਗੰਗੂ ਨੂੰ। ਜੇਲ੍ਹ ਵਿੱਚ ਹੀ ਉਹਦੀ ਮੌਤ ਹੋ ਗਈ। ਤੇ ਵਜੀਦੇ ਨੂੰ ਤੇ ਮੈਂ ਦੱਸ ਹੀ ਚੁੱਕਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਜਾਂਦੇ ਆ। ਤੇ 1710 ਈਸਵੀ ਦੇ ਵਿੱਚ ਜਿਹੜਾ ਪਹਿਲੀ ਵਾਰੀ ਖਾਲਸੇ ਦਾ ਰਾਜ ਆ ਜਾਂਦਾ ਹੈ। ਤੇ ਇਸ ਖਾਲਸੇ ਦਾ ਰਾਜ ਭਾਗ ਦਾ ਜਿਹੜਾ ਰਾਜਾ, ਉਹ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਰਾਜਾ ਹੋਇਆ ਖਾਲਸੇ ਦੇ ਰਾਜ ਦਾ, ਜਿਨੇ ਵਜੀਦੇ ਨੂੰ ਬਲਦਾਂ ਦੇ ਮਗਰ ਪਾ ਕੇ ਘੜੀਸਿਆ, ਸਜ਼ਾ ਦਿੱਤੀ। ਤੇ ਜਿਨ੍ਹਾਂ ਨੇ ਜਲਾਦਾਂ ਨੇ ਸਾਹਿਬਜ਼ਾਦਿਆਂ ਦੇ ਛਾਤੀਆਂ ਤੇ ਬਹਿ ਕੇ ਸੁਰਿਆਂ ਨਾਲ ਕਤਲ ਕੀਤਾ ਸੀ, ਜਿਹੜੇ ਜਲਾਲਦੀਨ ਸਮਾਣੇ ਦੇ ਜਲਾਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਦੇ ਨਾਲੋਂ ਕਲਮ ਕੀਤਾ ਸੀ, ਇਹਨਾਂ ਸਾਰਿਆਂ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੌਤ ਦੇ ਘਾਟ ਉਤਾਰ ਕੇ ਇਹ ਬਦਲਾ ਲਿਆ। ਤੇ ਸਾਧ ਸੰਗਤ ਜੀ, ਉਹਨਾਂ ਸਾਹਿਬਜ਼ਾਦਿਆਂ ਦਾ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ। ਥੋੜਾ ਜਿਹਾ 10 ਮਿੰਟ ਮੈਂ 5-7 ਮਿੰਟ ਉੱਪਰੋਂ ਦੀ ਲੈ ਗਿਆ, ਮਾਫੀ ਚਾਹੁੰਦਾ, ਕਿਉਂਕਿ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਆਪਾਂ ਸਮਝ ਲਓ ਵੀ ਬੈਠੇ ਆ। ਤੇ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ, ਮਾਂ ਗੁਜਰੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਾਂਗੇ ਕਿ ਸਾਡੀ ਜਿਹੜੀ ਮਾਤਾ ਜਗਵੰਤ ਕੌਰ ਜੀ, ਇਸ ਮਾਂ ਨੂੰ ਵੀ ਦਾਦੀ ਮਾਂ ਆਪਣੇ ਚਰਨਾਂ ਵਿੱਚ, ਗੁਰੂ ਨਾਨਕ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਿਸ਼ ਕਰੇ। ਮਰ ਤੇ ਸਭ ਨੇ ਜਾਣਾ ਹੈ, ਪਰ ਮੈਂ ਇਸ ਮਾਂ ਨੂੰ ਭਾਗਾਂ ਵਾਲੀ ਸਮਝਦਾ ਕਿ ਅੱਜ ਉਹਨਾਂ ਸ਼ਹੀਦੀ ਸਮਾਗਮ ਤੇ, ਸ਼ਹੀਦਾਂ ਦੇ ਦਿਹਾੜੇ ਤੇ, ਮਾਂ ਗੁਜਰੀ ਦੇ ਸ਼ਹੀਦੀ ਦਿਵਸ ਤੇ ਇਹਨਾਂ ਦਾ ਅੱਜ ਭੋਗ ਪਿਆ ਹੈ। ਸਾਧ ਸੰਗਤ ਜੀ, ਮਰਨਾ ਇੱਕ ਸੱਚਾਈ ਹੈ, ਸਭ ਨੇ ਜਾਣਾ ਹੈ। ਇਹ ਦਾਦੀ ਮਾਂ ਇਸ ਗੱਲੋਂ ਕਰਮਾਂ ਵਾਲੀ ਸੀ ਕਿ ਉਹ ਗੁਰੂ ਘਰ ਦੇ ਨਾਲ ਜੁੜੀ, ਪਾਵਨ ਬਾਣੀ ਦੇ ਨਾਲ ਜੁੜੀ ਸੀ। ਸਾਡੇ ਭੈਣ ਜੀ ਨੇ ਦੱਸਿਆ, ਜੋ ਇਸ ਮਾਤਾ ਜੀ ਦੀ ਪੋਤਰੀ ਲੰਬੀ ਦੇ ਵਿੱਚ ਢਾਲੀਵਾਲ ਪਰਿਵਾਰ ਦੇ ਵਿੱਚੋਂ ਹੈ, ਤਾਂ ਇਹ ਭੈਣ ਜੀ ਹੋਰਾਂ ਤੇ ਵੀ ਮਹਾਰਾਜ ਦੀ ਬਹੁਤ ਕਿਰਪਾ, ਰੋਜ਼ ਉੱਥੇ ਕਥਾ ਸੁਣਨ ਆਉਂਦੇ ਆ। ਗੁਰਦੁਆਰਾ ਦੁਖ ਨਿਵਾਰਨ ਸਾਹਿਬ ਲੰਬੀ ਸਾਡੀ ਸੇਵਾ ਚੱਲ ਰਹੀ ਹੈ, ਤਾਂ ਉੱਥੇ ਵੀ ਰੋਜ਼ ਕਥਾ ਹੁੰਦੀ ਹੈ। ਤਾਂ ਇਹ ਉੱਥੇ ਵੀ ਇਹ ਵੱਡੇ ਬਜ਼ੁਰਗਾਂ ਦੇ ਸੰਸਕਾਰ ਹੁੰਦੇ ਆ, ਸਿੱਖਿਆ ਹੁੰਦੀ ਹੈ। ਤਾਂ ਭੈਣ ਜੀ ਹੋਰਾਂ ਨੇ ਦੱਸਿਆ ਕਿ ਸਾਡੇ ਉੱਤੇ ਵੀ ਉਸ ਸਾਡੀ ਦਾਦੀ ਦੀ ਕਿਰਪਾ ਸੀ, ਜਿਹਦੇ ਕਰਕੇ ਅਸੀਂ ਗੁਰੂ ਦੇ ਨਾਲ ਜੁੜੇ ਆ। ਤਾਂ ਮੈਂ ਇਹੀ ਬੇਨਤੀ ਕਰਾਂਗਾ ਪਰਿਵਾਰ ਨੂੰ ਕਿ ਦੇਖੋ, ਗੁਰੂ ਕੇ ਸਾਹਿਬਜ਼ਾਦੇ, ਮਾਂ ਗੁਜਰੀ, ਇਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਾਲ ਜੁੜੇ ਸੀ। ਸਾਡੇ ਸਾਹਮਣੇ ਤੇ ਕੋਈ ਐਸੀ ਚੁਣੌਤੀ ਹੈ ਨਹੀਂ, ਸਾਡੇ ਸਾਹਮਣੇ ਕੋਈ ਕਤਲ ਕਰਨ ਵਾਲਾ ਹੈ ਨਹੀਂ, ਸਾਨੂੰ ਕੋਈ ਧੱਕਾ ਕਰਨ ਵਾਲਾ ਹੈ ਨਹੀਂ। ਅਸੀਂ ਤੇ ਇੰਨਾ ਹੀ ਆ ਵੀ ਸਵੇਰੇ ਉੱਠ ਕੇ ਗੁਰੂ ਘਰ ਦੇ ਵਿੱਚ ਆ ਜਾਈਏ, ਉਹਨਾਂ ਸਾਹਿਬਜ਼ਾਦਿਆਂ ਨੂੰ ਅਸੀਂ ਨਮਸਕਾਰ ਕਰ ਲਈਏ।
ਉਹਨਾਂ ਦੇ ਵਾਸਤੇ ਅਸੀਂ 10 ਮਿੰਟ ਕੱਢ ਕੇ ਰੱਬ ਰੱਬ ਕਰ ਲਈਏ, ਕੋਈ ਸੇਵਾ ਸਿਮਰਨ ਕਰ ਲਈਏ। ਤਾਂ ਜੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਤੇ ਫਿਰ ਅਸੀਂ ਉਸ ਗੁਰੂ ਨੂੰ, ਉਸ ਰੱਬ ਨੂੰ ਕੀ ਮੂੰਹ ਵਿਖਾਵਾਂਗੇ। ਇਸ ਕਰਕੇ ਆਪਣੀ ਜ਼ਿੰਦਗੀ ਦੇ 24 ਘੰਟੇ ਰੋਜ਼ ਦੇ ਸਾਨੂੰ ਮਿਲਦੇ ਆ, 24,000 ਸਵਾਸ ਸਾਨੂੰ ਰੋਜ਼ ਦੇ ਮਿਲਦੇ ਆ। ਇਹਦੇ ਵਿੱਚੋਂ 10 ਮਿੰਟ, ਅੱਧਾ ਘੰਟਾ, ਘੰਟਾ ਜਿੰਨਾ ਸਮਾਂ ਨਿਕਲਦਾ ਜ਼ਰੂਰ ਕੱਢ ਕੇ ਉਸ ਮਾਲਕ ਦੇ ਚਰਨਾਂ ਵਿੱਚ ਨਤਮਸਤਕ ਹੋਇਆ ਕਰੋ। ਸੋ ਮਾਤਾ ਜਗਵੰਤ ਕੌਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਮਾਂ ਨੂੰ ਸੰਘਰਸ਼ ਕਰਨਾ ਪੈਂਦਾ ਤਾਂ, ਪਰ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲਾਂ ਦੇ ਮਾਲਕ ਸੀ, ਆਨੰਦਪੁਰੀ ਦੇ ਮਾਲਕ ਸੀ, ਉਦੋਂ ਵੀ ਰੱਬ ਨੂੰ ਨਹੀਂ ਭੁੱਲੇ ਤੇ ਜਦੋਂ ਕੰਡਿਆਂ ਤੇ ਸੌਣ ਦਾ ਸਮਾਂ ਆਇਆ ਉਦੋਂ ਵੀ ਰੱਬ ਨੂੰ ਨਹੀਂ ਭੁੱਲੇ। ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਸਾਡੇ ਦਿਲ ਵਿੱਚ ਇਸ ਤਰ੍ਹਾਂ ਨੇੜੇ ਹੋਣਾ ਚਾਹੀਦਾ। ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਜੀ ਪਟਵਾਰੀ ਸਾਹਿਬ, ਜੋ ਉਹਨਾਂ ਦਾ ਵਿਛੋੜਾ ਮਾਤਾ ਜਗਵੰਤ ਕੌਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਚੱਲਿਆ, ਇਹ ਹਰ ਇੱਕ ਮਾਂ ਵਾਸਤੇ ਦੁਖਦਾਈ ਹੈ। ਗੁਰਪ੍ਰੀਤ ਸਿੰਘ ਜੀ ਉਸ ਮਾਤਾ ਜੀ ਦੇ ਸੁਪੁੱਤਰ ਅਤੇ ਪੋਤਰੇ ਗੁਰਲਾਲ ਸਿੰਘ, ਰਾਜਦੀਪ ਸਿੰਘ, ਪੜਪੋਤਰੇ ਹਰਕੀਰਤ ਸਿੰਘ ਤੇ ਹੁਕਮਵੀਰ ਸਿੰਘ ਤੇ ਬਾਕੀ ਸਾਰਾ ਪਰਿਵਾਰ, ਇਸ ਪਰਿਵਾਰ ਦੀਆਂ ਬੱਚੀਆਂ, ਨੋਹਾਂ, ਪੋਤਰੀਆਂ, ਪੜੋਤਰੀਆਂ, ਛੋਟਾ ਵੱਡਾ ਪਰਿਵਾਰ। ਮਾਂ ਕਰਮਾਂ ਵਾਲੀ ਸੀ, ਭਾਗਾਂ ਵਾਲੀ ਸੀ। ਐਡੇ ਵੱਡੇ ਖਿੜੀ ਫੁਲਵਾੜੀ ਵਿੱਚੋਂ ਐਡੇ ਵੱਡੇ ਬਾਗ ਦਾ ਮਾਲੀ ਸੀ ਉਹ ਮਾਂ, ਜੋ ਅੱਜ ਵਿਛੜ ਕੇ ਗਈ ਹੈ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਆਪਾਂ ਜੋ ਇਤਿਹਾਸ ਸਰਵਣ ਕੀਤਾ ਹੈ, ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਆ। ਅਰਦਾਸ ਹੋਣੀ ਬਾਕੀ ਹੈ, ਆਨੰਦ ਸਾਹਿਬ ਦੇ ਪਾਠ ਕਰਨੇ ਆ, ਫਿਰ ਅਰਦਾਸ ਕਰਾਂਗੇ। ਸੋ ਇਹੀ ਬੇਨਤੀ ਹੈ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਦੇਹੋ ਸੱਜਣ ਅਸੀਸੜੀਆਂ, ਤੁਸੀਂ ਵੀ ਸਾਰੇ ਅਸੀਸ ਦਿਓ ਉਸ ਰੂਹ ਨੂੰ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸਾਹਿਬ ਦੇ ਚਰਨਾਂ ਵਿੱਚ ਰੂਹ ਦਾ ਮੇਲਾ ਹੋ ਜਾਵੇ। ਜੋ ਮਾਂ ਨੇ ਬੱਚਿਆਂ ਵਾਸਤੇ, ਪਰਿਵਾਰ ਵਾਸਤੇ ਸੰਘਰਸ਼ ਕੀਤਾ, ਤਾਂ ਅੱਜ ਤੁਹਾਡਾ ਸੰਗਤਾਂ ਦਾ ਇੱਥੇ ਆਉਣਾ, ਐਡਾ ਵੱਡਾ ਇਕੱਠ, ਇਸ ਗੱਲ ਦਾ ਸਬੂਤ ਹੈ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਪਰਿਵਾਰ ਦਾ ਜਿਹੜਾ ਸਹਿਚਾਰ, ਮਾਤਾ ਜੀ ਦਾ ਜਿਹੜਾ ਪਿਆਰ, ਸਨਮਾਨ, ਉਹ ਬਰਕਰਾਰ ਰੱਖਿਆ ਜਾਵੇ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਰਹੀਏ। ਆਪਣੀ ਜ਼ਿੰਦਗੀ ਵਿੱਚ ਬਜ਼ੁਰਗਾਂ ਦਾ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਕਰਦੇ ਰਹੀਏ। ਇਹ ਦਾਦੀ ਮਾਂ ਦੇ ਜੀਵਨ ਤੋਂ ਸਾਨੂੰ, ਮਾਂ ਗੁਜਰੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਤਾਂ ਜੋ ਮਾਤਾ ਗੁਜਰੀ, ਵਾਹਿਗੁਰੂ, ਮਾਤਾ ਜਗਵੰਤ ਕੌਰ ਜੀ, ਇਹਨਾਂ ਦੇ ਕੋਲੋਂ ਇਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਪਟਵਾਰੀ ਸਾਹਿਬ ਕੁਝ ਸਾਲ ਪਹਿਲਾਂ ਵਿਛੋੜਾ ਦੇ ਕੇ ਚਲੇ ਗਏ ਸੀ। ਉਹਨਾਂ ਨੂੰ ਸਮਰਪਿਤ ਮੈਂ ਇੱਕ ਧਾਰਨਾ ਪੜ੍ਹਦਾ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋਰਨੇ। ਲੁਕ ਲੁਕ ਰੋਂਦੀਆਂ ਨੇ ਮਾਵਾਂ, ਨਹੀਂ ਹੁੰਦੇ ਪੁੱਤ ਤੋਰਨੇ। ਸੋ ਉਸ ਵਿਛੜੀ ਰੂਹ ਨੂੰ ਸਮਰਪਿਤ ਇਹ ਧਾਰਨਾ ਪੜ੍ਹ ਕੇ ਆਪਾਂ ਹੁਣ ਸਮਾਪਤੀ ਕਰੀਏ। ਬਾਬਾ ਬਲਵਿੰਦਰ ਸਿੰਘ ਜੀ ਇੱਥੋਂ ਦੇ ਜੋ ਹੈੱਡ ਗ੍ਰੰਥੀ ਸਾਹਿਬ ਹੈ, ਸਾਡਾ ਬੜਾ ਪਿਆਰ ਹੈ ਇਹਨਾਂ ਦੇ ਸਾਰੇ ਸੁਪੁੱਤਰਾਂ ਤੇ ਸਾਰੇ ਪਰਿਵਾਰ ਨਾਲ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਨਗਰ ਵਾਸੀ ਸੰਗਤਾਂ, ਬਾਹਰਲੇ ਨਗਰਾਂ ਤੋਂ ਜੋ ਸੰਗਤਾਂ, ਰਿਸ਼ਤੇਦਾਰ, ਸਾਕ ਸੰਬੰਧੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਸਾਂਝ ਪਾਉਣ ਵਾਸਤੇ ਪਹੁੰਚੇ ਆ, ਸਭਨਾਂ ਦਾ ਤੁਹਾਡਾ ਧੰਨਵਾਦ ਕਰਦੇ ਆ। ਲੰਬੀ ਤੋਂ ਢਾਲੀਵਾਲ ਪਰਿਵਾਰ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਸੋ ਆਓ ਭੁੱਲ ਚੁੱਕ ਦੀ ਖਿਮਾ, ਆਨੰਦ ਸਾਹਿਬ ਦੇ ਪਾਠ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ
ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ। ਰਾਜ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ। ਸਭ ਤੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਨਾ। ਅਗਨਾ ਗਲਾ ਸਮਰੱਥ ਸੁਆਮੀ ਤੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹੇਗਾ ਕਿਆ ਨਹੀਂ ਕਰਤੇ ਰੇ। ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਸੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਈ ਕਿਆ ਨਹੀਂ ਕਰਤੇ ਰੇ। ਸਚਾ ਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਨ ਸੁਖਾ ਸਭ ਗਵਾਈ। ਕਰ ਸਾਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਖੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਵਿੱਚ ਕਰ ਸੁਭਾਗੈ। ਹਰ ਸੁਭਾਗੈ ਸ਼ਬਦ ਵਜ ਕਲਾ ਜਿਤ ਕਰ ਧਾਰਿਆ। ਪੰਜ ਤੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਨ ਕਸ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਸ ਕਰ ਅਨਹਦ ਵਾਜੇ। ਅੰਧ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨਿਤ ਕਹਤੇ ਪੁਨਿਤ ਸਤਿਗੁਰ ਰਹਿਆ ਗੁਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਮਨੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮਤ ਆਇਆ ਗਏ ਮਸਕਤ ਕਾਲ। ਨਾਨਕ ਦੇ ਮੁਖ ਲੈ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਵਾਓ ਸਾਰੀ ਸੰਗਤ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ